ਅਕਾਲ ਪੁਰਖ ਦੀ ਸਿਰਜਣਾ ਪਰਿਪੂਰਨ ਪਰਮਾਤਮਾ ਦਾ ਬਣਾਇਆ ਹੋਇਆ ਇਹ ਬ੍ਰਹਿਮੰਡ ਪਰਿਵਰਤਨਸ਼ੀਲ ਹੈ। ਇੱਥੇ ਪਲ ਪਲ ਦੇ ਵਿੱਚ ਤਬਦੀਲੀ ਹੋ ਰਹੀ ਹੈ। ਇੱਥੇ ਛਿਨ ਛਿਨ ਦੇ ਵਿੱਚ ਪਰਿਵਰਤਨ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਇਸ ਪ੍ਰਿਥਵੀ 'ਤੇ ਕਦੀ ਦਿਨ ਕਦੀ ਰਾਤ, ਕਦੀ ਸਰਦੀ ਕਦੀ ਗਰਮੀ, ਕਦੀ ਮੌਸਮੇ ਖਿਜ਼ਾਂ ਕਦੀ ਮੌਸਮੇ ਬਹਾਰ ਅਤੇ ਕਦੀ ਬਰਖਾ ਦੀ ਰੁੱਤ। ਮਨੁੱਖ ਦੀ ਜੀਵਨ ਸ਼ੈਲੀ ਤਿੰਨ ਹਿੱਸਿਆਂ ਦੇ ਤਕਸੀਮ ਹੈ। ਇਹ ਕੁਛ ਸਮਾਜਿਕ ਹੈ, ਕੁਛ ਧਾਰਮਿਕ ਹੈ, ਕੁਛ ਰਾਜਨੈਤਿਕ ਹੈ। ਮਨੁੱਖਤਾ ਦੇ ਆਦਿ ਕਾਲ ਤੋਂ ਐਸਾ ਚੱਲਿਆ ਆ ਰਿਹਾ ਹੈ। ਇਹ ਤਬਦੀਲੀ, ਇਹ ਪਰਿਵਰਤਨ ਇਹਦੀ ਸਮਾਜਿਕ ਜ਼ਿੰਦਗੀ 'ਚ ਵੀ ਹੁੰਦਾ ਰਿਹਾ ਹੈ, ਰਾਜਨੀਤੀ ਦੇ ਵਿੱਚ ਵੀ ਹੁੰਦਾ ਰਿਹਾ ਹੈ, ਹੋ ਰਿਹਾ ਹੈ, ਔਰ ਧਰਮ ਦੀ ਦੁਨੀਆ ਦੇ ਵਿੱਚ ਵੀ ਤਬਦੀਲੀ ਆਉਂਦੀ ਹੀ ਰਹੀ ਹੈ। ਜਦ ਕਦੀ ਕੋਈ ਅਵਤਾਰੀ ਪੁਰਸ਼ਾਂ ਦਾ ਪ੍ਰਕਾਸ਼ ਬ੍ਰਹਿਮੰਡ ਦੇ ਵਿੱਚ ਫੈਲਦਾ ਹੈ, ਜਦ ਕਿਧਰੇ ਕੋਈ ਪੈਗੰਬਰੀ ਪੁਰਸ਼ਾਂ ਦੇ ਗੀਤ ਜਗਤ ਨੂੰ ਮੁਤਾਸਰ ਕਰਦੇ ਨੇ, ਪ੍ਰਭਾਵਿਤ ਕਰਦੇ ਨੇ, ਔਰ ਉਹਨਾਂ ਬਚਨਾਂ ਦੇ ਅਨੁਕੂਲ ਮਨੁੱਖਤਾ ਫੈਸਲਾ ਕਰਦੀ ਹੈ ਆਪਣਾ ਜੀਵਨ ਢਾਲਣ ਦੀ, ਤਾਂ ਕਦੀ ਕਦੀ ਐਸਾ ਵੀ ਹੋ ਜਾਂਦਾ ਹੈ ਇਹ ਚਾਨਣਾ ਵੀ ਧੁੰਦ ਦੀ ਲਪੇਟ ਦੇ 'ਚ ਆ ਜਾਂਦਾ ਹੈ। ਜੈਸੇ ਸੂਰਜ ਦਾ ਇਤਨਾ ਵੱਡਾ ਪ੍ਰਕਾਸ਼ ਕਦੀ ਕਦਾਈ ਕਾਲੀ ਬਦਲੀਆਂ ਕਰਕੇ ਅਲੋਪ ਹੋ ਜਾਂਦਾ ਹੈ, ਔਰ ਜਿਤਨਾ ਪ੍ਰਕਾਸ਼ ਸੂਰਯ ਦਾ ਪ੍ਰਿਥਵੀ 'ਤੇ ਪਹੁੰਚਣਾ ਚਾਹੀਦਾ ਸੀ ਨਹੀਂ ਪਹੁੰਚਦਾ। ਪੈਗੰਬਰਾਂ ਦਾ ਪ੍ਰਕਾਸ਼, ਅਵਤਾਰੀ ਪੁਰਸ਼ਾਂ ਦੀ ਰੋਸ਼ਨੀ ਜਿਤਨੀ ਮਨੁੱਖਾਂ ਦੇ ਹਿਰਦਿਆਂ ਤੱਕ ਪਹੁੰਚਣੀ ਚਾਹੀਦੀ ਹੈ ਨਹੀਂ ਪਹੁੰਚਦੀ। ਕਿਉਂ? ਸਮੇਂ ਦਾ ਧੁੰਦ, ਵਕਤ ਦਾ ਧੁੰਦ, ਵਕਤ ਦਾ ਗੁਬਾਰ ਉਸ ਮਹਾਨ ਚਾਨਣੇ ਦੇ ਆਲੇ ਦੁਆਲੇ ਛਾ ਜਾਂਦਾ ਹੈ। ਤੋ ਫਿਰ ਕੁਛ ਐਸੀਆਂ ਹਵਾਵਾਂ ਚੱਲਦੀਆਂ ਨੇ ਜੋ ਉਸ ਧੁੰਦ ਨੂੰ ਇੱਕ ਪਾਸੇ ਕਰਦੀਆਂ ਨੇ, ਅਤੇ ਫਿਰ ਪ੍ਰਕਾਸ਼ ਉਜਵਲ ਹੋ ਜਾਂਦਾ ਹੈ। ਇਸ ਦੇਸ਼ ਦੇ 'ਚ ਵੀ ਧਰਮ ਦੇ ਬੜੇ ਤਜਰਬੇ ਹੋਏ, ਕਦੀ ਸਨਾਤਨ ਮਤ, ਕਦੀ ਜੈਨ ਮਤ, ਕਦੀ ਬੌਧ ਮਤ, ਕਦੀ ਸਿੱਖ ਮਤ। ਇਹਨਾਂ ਦੇ ਅਵਤਾਰੀ ਪੁਰਸ਼ਾਂ ਨੇ ਬੜਾ ਵਿਆਪਕ ਚਾਨਣਾ ਜਗਤ ਨੂੰ ਦਿੱਤਾ, ਮਨੁੱਖਤਾ ਦੀ ਗੋਦ ਦੇ 'ਚ ਪਾਇਆ। ਲੇਕਿਨ ਵਕਤ ਦੀ ਧੁੰਦ, ਵਕਤ ਦਾ ਗੁਬਾਰ ਇਸ ਚਾਨਣੇ ਦੇ ਅੱਗੋਂ ਜਦ ਵੀ ਆਇਆ ਤਾਂ ਕੋਈ ਨਵੀਂ ਹਵਾ ਚੱਲੀ ਜਿਸ ਨੇ ਉਸ ਧੁੰਦ ਨੂੰ ਪਰੇ ਕੀਤਾ। ਇਸ ਦੇਸ਼ ਦੇ ਵਿੱਚ ਜਦ ਵੀ ਪ੍ਰਾਚੀਨ ਸਨਾਤਨ ਧਰਮ 'ਤੇ ਧੁੰਦ ਛਾਈ ਤਾਂ ਭਗਤਾਂ ਨੇ ਇਸ ਧੁੰਦ ਨੂੰ ਇੱਕ ਪਾਸੇ ਕੀਤਾ। ਸਵਾਮੀ ਰਾਮਾਨੰਦ, ਸਵਾਮੀ ਪਰਮਾਨੰਦ, ਭਗਤ ਜੈ ਦੇਵੀ, ਸ਼੍ਰੀ ਨਾਮਦੇਵ, ਤ੍ਰਿਲੋਚਨ, ਸਦਨਾ, ਸੈਨ ਇਤਿਆਦਿਕ ਨੇ ਇਸ ਧੁੰਦ ਨੂੰ ਆਪਣੇ ਬੋਲਾਂ ਦੇ ਰਾਹੀਂ, ਆਪਣੀ ਜੀਵਨ ਸ਼ੈਲੀ ਦੇ ਰਾਹੀਂ, ਆਪਣੀ ਤਪੱਸਿਆ ਦੇ ਰਾਹੀਂ, ਆਪਣੀ ਸਾਧਨਾ ਦੇ ਰਾਹੀਂ ਇੱਕ ਪਾਸੇ ਕੀਤਾ, ਔਰ ਨਵੇਂ ਸਿਰਿਓਂ ਮਨੁੱਖਤਾ ਦੀ ਰੁਚੀ ਪ੍ਰਕਾਸ਼ ਦੇ 'ਚ ਪੈਦਾ ਕੀਤੀ, ਪ੍ਰਕਾਸ਼ ਦਾ ਪਿਆਰ, ਪ੍ਰਕਾਸ਼ ਨਾਲ ਸੰਬੰਧ ਜੋੜਿਆ। ਇਸੇ ਤਰ੍ਹਾਂ ਹੀ ਮਹਾਨ ਪੈਗੰਬਰੀ ਪੁਰਸ਼ ਹਜ਼ਰਤ ਮੁਹੰਮਦ ਸਾਹਿਬ ਤੋਂ ਜੋ ਅਮਰ ਕਲਾਮ, ਖੁਦਾਈ ਕਲਾਮ ਨਾਜ਼ਲ ਹੋਈ, ਜਿਸ ਤੋਂ ਬਹੁਤੀ ਦੁਨੀਆ ਮੁਤਾਸਰ ਹੋਈ, ਸਮੇਂ ਦਾ ਪ੍ਰਭਾਵ ਤੇ ਹਰ ਇੱਕ 'ਤੇ ਪੈਂਦਾ ਹੈ। ਜਦ ਸਮੇਂ ਦੀ ਧੁੰਦ ਦੇ 'ਚ ਇਹ ਬੋਲ ਥੋੜ੍ਹੇ ਜਿਹਾ ਓਝਲ ਹੋਏ ਤਾਂ ਸੂਫੀ ਸੰਤਾਂ ਦੀ ਪਰੰਪਰਾ ਇਸਲਾਮ ਦੇ 'ਚ ਚਲੀ। ਬੜੇ ਬੜੇ ਮਹਾਨ ਸੂਫੀ ਸੰਤਾਂ ਨੇ ਇਸਲਾਮੀ ਦੁਨੀਆ ਨੂੰ ਨਵੇਂ ਸਿਰਿਓਂ ਚਾਨਣਾ ਦਿੱਤਾ ਅਤੇ ਮਨੁੱਖਤਾ ਦੀ ਝੋਲੀ ਦੇ 'ਚ ਨਵੇਂ ਸਿਰਿਓਂ ਨਵਾਂ ਪ੍ਰਕਾਸ਼ ਪਾਇਆ। ਇਹਨਾਂ ਦੇ 'ਚ ਮਨਸੂਰ, ਸਰਮਦ, ख्वाजा उमैयुद्दीन चिश्ती, हज़रत निज़ामुद्दीन, शमस तबरेज़, मौलाना रूम, जनाब हाफिज़ शेख सादी, इस सूफ़ी परंपरा दे ही संत ने
ਔਰ ਇਸੇ ਪਰੰਪਰਾ ਦੇ ਮਹਾਨ ਚਸ਼ਮੋ ਚਿਰਾਗ ਬਾਬਾ ਫਰੀਦ, ਜਿਨ੍ਹਾਂ ਦਾ ਅਮਰ ਕਲਾਮ, ਜਿਨ੍ਹਾਂ ਦੇ ਅੰਮ੍ਰਿਤਮਈ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਮੌਜੂਦ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਜਗਤ ਦੇ ਉਧਾਰਕ ਤਾਰਕ ਹਨ, ਇਸ ਕਲਾਮ ਨੂੰ ਸੰਭਾਲ ਕੇ ਰੱਖਦੇ ਨੇ ਜਗਤ ਦੀ ਭਲਾਈ ਲਈ, ਮਨੁੱਖਤਾ ਦੇ ਉਧਾਰ ਲਈ। ਸੂਫੀ ਪਰੰਪਰਾ ਦੇ ਬਾਬਾ ਫਰੀਦ ਅਨਮੋਲ ਹੀਰੇ ਨੇ। ਇਹਨਾਂ ਦੀ ਬਾਣੀ ਵਿੱਚ ਬੈਰਾਗ, ਤਿਆਗ, ਰੱਬੀ ਤੜਪ, ਈਸ਼ਵਰੀ ਖਿੱਚ ਡੁੱਲ ਡੁੱਲ ਕੇ ਪੈਂਦੀ ਹੈ। ਬਾਬਾ ਫਰੀਦ ਵੈਸੇ ਤੇ ਆਪ ਅਫਗਾਨੀ ਕੌਮ ਨਾਲ ਸੰਬੰਧਿਤ ਨੇ। ਅਫਗਾਨਿਸਤਾਨ ਆਪਣੀ ਹੋਂਦ ਤੋਂ ਸ਼ੁਰੂ ਤੋਂ ਹੀ ਖਾਨਾ ਜੰਗੀ ਦੀ ਲਪੇਟ ਵਿੱਚ ਰਿਹਾ ਹੈ। ਇਹ ਖਿੱਤਾ ਬਹੁਤ ਵੀਰ ਰਸ ਨਾਲ ਪੂਰਤ ਹੈ। ਬੜੇ ਅਣਖੀਲੇ ਲੋਕ ਨੇ ਔਰ ਅਣਖ ਦੀ ਖਾਤਰ ਜੀਵਦੇ ਨੇ, ਅਣਖ ਦੀ ਖਾਤਰ ਮਰ ਜਾਂਦੇ ਨੇ। ਬਾਬਾ ਫਰੀਦ ਦੇ ਸਮੇਂ ਗਾਲਬਨ 12ਵੀਂ ਸਦੀ ਈਸਵੀ ਦੇ ਵਿੱਚ ਕਾਬਲ ਦਾ ਬਾਦਸ਼ਾਹ ਫਰਖ ਸ਼ਾਹ ਸੀ। ਗਜ਼ਨੀ ਦੇ ਬਾਦਸ਼ਾਹ ਨਾਲ ਉਸ ਦਾ ਤਾਲਮੇਲ ਨਹੀਂ ਬੈਠ ਸਕਿਆ ਸੀ ਅਤੇ ਸਾਰਾ ਅਫਗਾਨਿਸਤਾਨ ਛੋਟੇ ਛੋਟੇ ਰਜਵਾੜਿਆਂ ਦੇ ਤਕਸੀਮ ਸੀ। ਅਕਸਰ ਖਾਨਾ ਜੰਗੀ ਰਹਿੰਦੀ ਸੀ। ਉਸੇ ਹੀ ਖਾਨਾ ਜੰਗੀ ਤੋਂ ਤੰਗ ਆ ਕੇ ਫਰਖ ਸ਼ਾਹ ਦੇ ਛੋਟੇ ਭਰਾ ਸ਼ੇਖ ਸਈਬ ਨੇ ਵਤਨ ਛੋੜ ਦਿੱਤਾ, ਅਫਗਾਨਿਸਤਾਨ ਨੂੰ ਤਿਆਗ ਦਿੱਤਾ, ਹਿੰਦੁਸਤਾਨ ਦੇ 'ਚ ਆ ਗਿਆ। ਪਹਿਲੇ ਆ ਕੇ ਕਸੂਰ ਵਸੇ ਔਰ ਫਿਰ ਜਾ ਕੇ ਮੁਲਤਾਨ ਦੇ ਕਸਬੇ ਪਾਕਪਟਨ ਦੇ 'ਚ ਪੱਕੇ ਤੌਰ 'ਤੇ ਰਿਹਾਇਸ਼ ਪਜ਼ੀਰ ਹੋ ਗਏ। ਆਪ ਦੇ 3 ਲੜਕੇ ਸਨ, ਜਿਨ੍ਹਾਂ ਦੇ 'ਚੋਂ ਵੱਡਾ ਲੜਕਾ ਸੀ ਜਮਾਲੁੱਦੀਨ। ਕਹਿੰਦੇ ਨੇ ਜਿਨ੍ਹਾਂ ਦਿਨਾਂ 'ਚ ਸ਼ੇਖ ਸਈਬ ਅਫਗਾਨਿਸਤਾਨ ਨੂੰ ਛੋੜ ਕੇ ਹਿੰਦੁਸਤਾਨ ਦੇ 'ਚ ਆਏ, ਉਹਨਾਂ ਦਿਨਾਂ 'ਚ ਹੀ ਮੌਲਵੀ ਕੁਤਬੁਦੀਨ, ਜੋ ਮੁਹੰਮਦ ਸ਼ਾਹ ਦੇ ਭਰਾ ਅਬਾਸ ਦੇ ਖਾਨਦਾਨ ਦੇ 'ਚੋਂ ਸੀ, ਹਜ਼ਰਤ ਅਬਾਸ ਦੇ ਖਾਨਦਾਨ ਦੇ 'ਚੋਂ ਵਜੀਦੁੱਦੀਨ। ਇਸ ਨੇ ਇੱਕ ਲੜਕੀ ਗੋਦ ਲਈ ਹੋਈ ਸੀ। ਇਹ ਲੜਕੀ ਮੁਹੰਮਦ ਸ਼ਾਹ ਅਬਦੁੱਲਾ ਦੀ ਸੀ ਔਰ ਇਹ ਹਜ਼ਰਤ ਅਲੀ ਦੇ ਖਾਨਦਾਨ ਨਾਲ ਸੰਬੰਧਿਤ ਸੀ। ਹਜ਼ਰਤ ਅਲੀ ਮੁਹੰਮਦ ਸਾਹਿਬ ਦੇ ਦਾਮਾਦ ਸਨ। ਇਸ ਲੜਕੀ ਦਾ ਨਾਂ ਸੀ ਮਰੀਮ। ਇਹ ਜਦ ਜਵਾਨ ਹੋਈ ਤੋ ਇਸ ਦੀ ਸ਼ਾਦੀ ਸ਼ੇਖ ਸਈਬ ਦੇ ਵੱਡੇ ਲੜਕੇ ਜਮਾਲੁੱਦੀਨ ਨਾਲ ਕਰ ਦਿੱਤੀ ਗਈ, ਜਿਸ ਦੀ ਕੁੱਖ ਤੋਂ ਗਾਲਬਨ 1127 ਦੇ 'ਚ 12ਵੀਂ ਸਦੀ ਦੇ 'ਚ ਰਮਜ਼ਾਨ ਦੇ ਮਹੀਨੇ ਦੇ 'ਚ ਫਰੀਦੁੱਦੀਨ ਭਾਵ ਬਾਬਾ ਫਰੀਦ ਜੀ ਦਾ ਜਨਮ ਹੋਇਆ। ਆਪ ਨੂੰ ਫਰੀਦ ਸਾਨੀ ਕਰਕੇ ਵੀ ਕਹਿੰਦੇ ਨੇ, ਸ਼ੇਖ ਬਾਬਾ ਫਰੀਦ ਗੰਜ ਸ਼ਕਰ ਕਰਕੇ ਵੀ ਕਹਿੰਦੇ ਨੇ। ਗੰਜ ਸ਼ਕਰ ਅੱਜ ਵੀ ਇਸੇ ਨਾਮ ਨਾਲ ਸਾਰੇ ਭਾਰਤ ਤੇ ਪਾਕਿਸਤਾਨ, ਬੰਗਲਾਦੇਸ਼ ਦੇ 'ਚ ਜਾਣੇ ਜਾਂਦੇ ਨੇ। ਗੰਜ ਸ਼ਕਰ, ਗੰਜ ਸ਼ਕਰ, ਸ਼ਕਰ ਦਾ ਖਜ਼ਾਨਾ, ਮਿਠਾਸ ਦਾ ਖਜ਼ਾਨਾ। ਕਹਿੰਦੇ ਨੇ ਕਿ ਆਪ ਦੇ ਮੁਖਾਰ ਬਿੰਦ ਤੋਂ ਜੋ ਬੋਲ ਨਿਕਲਦਾ ਸੀ, ਲੋਕਾਂ ਦੇ ਹਿਰਦੇ ਨੂੰ ਮਿਠਾਸ ਨਾਲ ਭਰ ਦਿੰਦਾ ਸੀ। ਇੱਕ ਇੱਕ ਬਚਨ ਮਾਨੋ ਸ਼ਹਿਦ, ਇੱਕ ਇੱਕ ਬੋਲ ਮਾਨੋ ਸ਼ਕਰ। ਕਰਾਮਾਤੀ ਕਹਾਣੀਆਂ ਵੀ ਬਹੁਤ ਜੁੜੀਆਂ ਨੇ।
पर इस नाल ही मन सहमत है कि एक एक बोल ਅੰਮ੍ਰਿਤਮਈ ਸੀ, ਮਿਠਾਸ ਨਾਲ ਭਰਿਆ ਹੋਇਆ ਸੀ। ਤਦੇ ਆਪ ਦਾ ਨਾਂ ਪੈ ਗਿਆ ਗੰਜ ਸ਼ਕਰ। ਭਾਈ ਸਾਹਿਬ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਬਾਰੇ ਇੱਕ ਬੜੀ ਸੋਹਣੀ ਤਸ਼ਬੀਹ ਦਿੱਤੀ ਹੈ। ਮਿਸਲੇ ਦਹਾਨੇ ਤੰਗ ਤੋਂ ਤੁੰਗੇ ਸ਼ਕਰ ਨਾ ਬਾਸ਼ਦ, ਈ ਮਿਸਲ ਰਾ ਕੇ ਗੁਫਤਮ ਜੀ ਖੂਬ ਤਰ ਨਾ ਬਾਸ਼ਦ। ਐ ਮੇਰੇ ਮੁਰਸ਼ਦ, ਤੁਹਾਡਾ ਇੱਕ ਬੋਲ ਇੱਕ ਬੋਰੀ ਖੰਡ ਵਰਗਾ ਹੈ। ਇਹ ਮਿਸਲ ਰਾਹ ਕੇ ਗੁਫਤਮ, ਇਹ ਜੋ ਮੈਂ ਮਿਸਾਲ ਦਿੱਤੀ ਹੈ ਇਹ ਖੂਬ ਨਹੀਂ ਹੈ, ਅੱਛੀ ਨਹੀਂ ਹੈ, ਚੰਗੀ ਨਹੀਂ ਹੈ। ਕਿਉਂ? ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰ ਨਾ ਬਾਸ਼ਦ, ਇਹ ਕੋਈ ਅੱਛੀ ਮਿਸਾਲ ਮੈਂ ਪੇਸ਼ ਨਹੀਂ की थी। क्यों? एक बोरी खंड 1000 मुखड़े मिठे करेगी और ये मिठास कुछ थोड़े क्षणों तक मुँह दे च रहेगी, और एक बोरी खंड दी खत्म हो गई, चली गई। पर ऐ मेरे मुरशद, ऐ मेरे पातशाह धन गुरु गोबिंद सिंह, थोड़ा एक एक बोल ਕਰੋੜਾਂ ਜ਼ਿੰਦਗੀਆਂ ਦੇ ਵਿੱਚ ਮਿਠਾਸ ਭਰਦਾ ਹੈ, ਔਰ ਬਚਨ ਆਪਣੀ ਥਾਂ 'ਤੇ ਅਮਰ ਰਹਿੰਦਾ ਹੈ, ਔਰ ਇਹ ਸਦੀ ਵੀ ਮਿਠਾਸ ਵੰਡਦਾ ਰਹਿੰਦਾ ਹੈ। ਇਸ ਵਾਸਤੇ ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰਨਾ ਬਾਸ਼ਦ, ਭਾਵੇਂ ਮਿਸਾਲ ਕੋਈ ਖਾਸ ਨਹੀਂ ਹੈ, ਲੇਕਿਨ ਮਜਬੂਰੀ ਦੇ ਵਿੱਚ ਇਹਨਾਂ ਹੀ ਪਦਾਰਥਾਂ ਦੀ, ਇਹਨਾਂ ਹੀ ਵਸਤੂਆਂ ਦੀ ਮਿਸਾਲ ਬੜੇ ਬੜੇ ਭਗਤਾਂ ਨੂੰ, ਸ਼ਰਧਾਲੂਆਂ ਨੂੰ ਦੇਣੀ ਪੈਂਦੀ ਹੈ। तो बाबा फरीद का एक एक बोल जो मिठास नाल भरिया होया सी, रस नाल भरिया होया सी, इनू शकर नाल तशबीह दे दिती ते आप दा नां पै गया बाबा फरीद शकरगंज, फरीद सानी। इन्हां दे उंज ते बहुत सारे शब्द धन गुरु ग्रंथ साहब जी महाराज दे च ने, पर आप दी खास बाणी सलोकां दी बाणी है, ਜਿਹਨੂੰ ਸਲੋਕ ਸ੍ਰੀ ਫਰੀਦ ਜੀ ਕਰਕੇ ਕਹਿੰਦੇ ਨੇ। ਗਾਲਬਨ ਇਹ 131 ਸਲੋਕ ਨੇ, ਜਿਨ੍ਹਾਂ ਦੇ ਚੋਂ ਕੁਝ ਸਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅਮਰਦਾਸ ਜੀ ਮਹਾਰਾਜ ਦੇ, ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਸਲੋਕ ਅਤੇ ਗੁਰੂ ਅਰਜਨ ਦੇਵ ਜੀ ਦੇ ਨੇ। ਬਾਕੀ ਸਾਰੇ ਸਲੋਕ ਬਾਬਾ ਫਰੀਦ ਜੀ ਦੇ ਨੇ। ਕਿਧਰੇ ਕਿਧਰੇ ਫਰੀਦ ਦੇ ਸਲੋਕਾਂ ਵਿੱਚ ਅਰਥ ਕਰਨ ਲੱਗਿਆਂ ਕੋਈ ਅਰਥਕਾਰ ਟਪਲਾ ਨਾ ਖਾ ਜਾਏ, ਤੋ ਚੇਤਾਵਨੀ ਵਜੋਂ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਇੱਕ ਇੱਕ ਦੋ ਦੋ ਸਲੋਕ ਆਪਣੇ ਦਰਜ ਕੀਤੇ ਨੇ, ਇਹ ਦੱਸਣ ਲਈ ਕਿ ਫਰੀਦ ਇਹ ਕੁਝ ਕਹਿ ਰਹੇ ਨੇ, ਇਸ ਨੂੰ ਇਸ ਢੰਗ ਨਾਲ ਸਮਝਣਾ। ਇਹ ਸਲੋਕ ਇਸ ਤਰ੍ਹਾਂ ਆਰੰਭ ਹੁੰਦੇ ਨੇ। ਇੱਕ ਓੰਕਾਰ सतगुरु प्रसाद, सलोक शेख फरीद के, जित दिहाड़े धनवरी सोए ले लिखाए, मलक जे कन्नी सुनीदा मुँह देखा ले आए, जिंद ने माणी कढ़िए हड्डां कू कड़काए, साए लिखे न चलनी जिंदू को समझाए, जिंद वहोटी मरण वर ले जासी परणाए, आपन हथी जोल कै कै गल लगे धाय, वालो निकी पुरसलात कन्नी ना सुनियाए, फरीदा किणी पवंदई खड़ा न आप मुहाए। मनुख दी इस देही बारे बाबा फरीद इंज ज्ञान दे रहे ने कि जिस तरह जन्म का दिन निश्चित है, बिल्कुल निश्चित है, मरण का दिन भी निश्चित ही है।
ਇਹ ਦਿਨ ਕਿਹੜਾ ਹੈ। ਇਸ ਦਾ ਬੋਧ ਭਾਵੇਂ ਮਨੁੱਖ ਨੂੰ ਨਾ ਹੋਵੇ, ਪਰ ਪ੍ਰਮਾਤਮਾ ਦੀ ਤਰਫੋਂ ਇਹ ਦੋਵੇਂ ਦਿਨ ਨਿਸ਼ਚਿਤ ਨੇ। ਅਕਸਰ ਜਿਸ ਦਿਨ ਮਨੁੱਖ ਦਾ ਜਨਮ ਹੋ ਜਾਂਦਾ ਹੈ, ਮਰਨ ਤੱਕ ਉਸੇ ਦਿਨ ਨੂੰ ਚੇਤੇ ਰੱਖਦਾ ਹੈ। ਜਦ ਕਿ ਜਨਮ ਹੋ ਗਿਆ ਤਾਂ ਹੁਣ ਜਨਮ ਦਿਨ ਨੂੰ ਭੁਲਾ, ਮਰਨ ਦਿਨ ਨੂੰ ਚੇਤੇ ਕਰ। ਜੋ ਹੋ ਗਿਆ ਸੋ ਹੋ ਗਿਆ, ਜੋ ਹੋਣ ਵਾਲਾ ਹੈ ਉਹਨੂੰ ਚੇਤੇ ਰੱਖ, ਉਹਨੂੰ ਯਾਦ ਰੱਖ। ਬਾਬਾ ਫਰੀਦ ਕਹਿੰਦੇ ਨੇ, ਜਿਤ ਦਿਹਾੜੇ ਧਨਵਰੀ ਸਾਹੇ ਲਹੇ ਲਿਖਾਏ। ਜਿਸ ਦਿਨ ਇਹ ਜੀਵ ਸਰੀਰ ਦੇ 'ਚ ਆਇਆ ਹੈ, ਉਸ ਦਿਨ ਦਾ ਹੀ ਇਸ ਦਾ ਮਰਨਾ ਲਿਖਿਆ ਗਿਆ ਹੈ, ਨਾਲ ਹੀ ਸੰਬੰਧਿਤ ਹੈ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ। ਉਹ ਮੌਤ ਦਾ ਫਰਿਸ਼ਤਾ ਜੋ ਅਕਸਰ ਕੰਨਾਂ ਨਾਲ ਸੁਣਦੇ ਹਾਂ। ਜਿਸ ਤਰ੍ਹਾਂ ਇਸਲਾਮ ਦੇ ਇਸ ਫਰਿਸ਼ਤੇ ਦਾ ਨਾਂ ਹੈ ਅਜਰਾਈਲ। ਸਾਡੇ 'ਚ ਕਹਿ ਦਿੰਦੇ ਨੇ ਜਮਦੂਤ। ਜਿਸ ਦਿਨ ਜਮਦੂਤ ਆਉਣਗੇ, ਜਮ ਆਉਣਗੇ, ਲੈ ਜਾਣਗੇ। ਇਸਲਾਮ ਦੇ 'ਚ ਕਹਿੰਦੇ ਨੇ ਜਦ ਅਜਰਾਈਲ ਫਰਿਸ਼ਤਾ ਆਵੇਗਾ, ਜਿਸ ਦਿਨ ਮੂੰਹ ਆ ਕੇ ਜੋ ਹੈ ਦਿਖਾਏਗਾ, ਤਾਂ ਫਿਰ ਕੀ ਹੋਵੇਗਾ। ਜਿੰਦ ਨੇ ਮਾਣੀ ਕੱਢੀਏ ਹੱਡਾਂ ਕੋ ਕੜਕਾਏ। ਜਿਵੇਂ ਰੋਂਦੀ ਹੋਈ ਬੱਚੀ ਜਦ ਡੋਲੀ ਦੇ 'ਚ ਪਾਈ ਜਾਂਦੀ ਹੈ, ਉਹਨੂੰ ਪੇਕੇ ਘਰੋਂ ਕੱਢਿਆ ਜਾਂਦਾ ਹੈ ਅਤੇ ਸਹੁਰੇ ਘਰ ਲਈ ਰੁਖਸਤ ਕੀਤਾ ਜਾਂਦਾ ਹੈ। ਉਹ ਰੁਦਨ ਕਰਦੀ ਹੋਈ ਘਰੋਂ ਨਿਕਲਦੀ ਹੈ। ਇਸ ਤਰ੍ਹਾਂ ਸਰੀਰ ਦੇ 'ਚ ਜਿੰਦ ਪੇਕੇ ਘਰ ਦੇ 'ਚ ਹੈ। ਆਖਿਰ ਇੱਕ ਨਾ ਇੱਕ ਦਿਨ ਤੇ ਇਸਨੇ ਜਾਣਾ ਹੈ, ਔਰ ਇੱਕ ਨਾ ਇੱਕ ਦਿਨ ਤੇ ਇਸ ਸਰੀਰ ਨੇ ਉਸ ਜਿੰਦ ਨੂੰ ਰੁਖਸਤ ਕਰਨਾ ਹੀ ਹੈ। ਤੋ ਜਦ ਰੁਖਸਤ ਕੀਤਾ ਜਾਂਦਾ ਹੈ, ਸਰੀਰ ਦੇ 'ਚੋਂ ਜਦ ਪ੍ਰਾਣ ਨਿਕਲਦੇ ਨੇ, ਇਹ ਜਿੰਦ ਨਿਕਲਦੀ ਹੈ, ਤੋ ਵਾਕਈ ਸਾਰਾ ਸਰੀਰ ਦਾ ਢਾਂਚਾ ਇੰਜ ਟੁੱਟਦਾ ਹੈ ਜਿਵੇਂ ਵਿਦਾ ਕਰਨ ਲੱਗਿਆਂ ਮਾਂ ਰੋਂਦੀ ਹੈ, ਪਿਤਾ ਦੁਖਤ ਹੈ, ਭਰਾ ਉਦਾਸ ਬੈਠੇ ਨੇ, ਭੈਣਾਂ ਮਾਯੂਸ ਨੇ। ਇਸ ਵਿਦਾਇਗੀ ਦੇ ਸਮੇਂ ਖੁਸ਼ੀ ਨਾਲ ਭਰਿਆ ਹੋਇਆ ਪੇਕੇ ਘਰ ਦਾ ਆਂਗਨ ਦੁੱਖ ਨਾਲ ਭਰ ਜਾਂਦਾ ਹੈ, ਬਿਰਹੇ ਨਾਲ ਭਰ ਜਾਂਦਾ ਹੈ, ਵਿਛੋੜੇ ਦੀ ਅੱਗ ਨਾਲ ਭਰ ਜਾਂਦਾ ਹੈ। ਔਰ ਇਸ ਖੁਸ਼ੀ ਦੇ 'ਚ ਵੀ ਸਾਰਿਆਂ ਦੇ ਨੇਤਰ ਸੱਜਲ ਹੋ ਜਾਂਦੇ ਨੇ, ਅਸ਼ਕਬਾਰ ਹੋ ਜਾਂਦੇ ਨੇ। ਹੂ ਬਹੂ ਇਸੇ ਤਰੀਕੇ ਨਾਲ ਇਸ ਸਰੀਰ ਦੇ ਵਿੱਚੋਂ ਜਦ ਜਿੰਦ ਨਿਕਲਦੀ ਹੈ, ਜਾਂਦੀ ਹੈ, ਸਾਰੇ ਸਰੀਰ ਨੂੰ ਕੁਮਲਾ ਕੇ ਰੱਖ ਦਿੰਦੀ ਹੈ, ਤੜਪਾ ਕੇ ਰੱਖ ਦਿੰਦੀ ਹੈ, ਮੁਰਝਾ ਕੇ ਰੱਖ ਦਿੰਦੀ ਹੈ। ਜਿੰਦ ਨੇ ਮਾਣੀ ਕੱਢੀਏ ਹੱਡਾਂ ਕੋ ਕੜਕਾਏ। ਹੱਡੀਆਂ ਨੂੰ ਕੜਕਾ ਕੇ, ਮਾਸ ਨੂੰ ਲਿਤਾੜ ਕੇ ਜਦ ਇਹ ਜਿੰਦ ਕਾਇਆ ਦੇ 'ਚੋਂ ਨਿਕਲਦੀ ਹੈ, ਸਾਹੇ ਲਿਖੇ ਨਾ ਚੱਲਣੀ ਜਿੰਦੋਂ ਕੋ ਸਮਝ ਆਏ। ਇਹ ਜੋ ਮਰਨ ਦਿਨ ਲਿਖਿਆ ਜਾ ਚੁੱਕਿਆ ਹੈ, ਜਿੰਦ ਨੂੰ ਉਸ ਸਮੇਂ ਸਮਝਾਇਆ ਜਾਂਦਾ ਹੈ, ਤੈਨੂੰ ਤੇ ਰੁਖਸਤ ਹੋਣਾ ਪਏਗਾ, ਤੈਨੂੰ ਤੇ ਜਾਣਾ ਹੀ ਪਏਗਾ। ਇਸ ਸਰੀਰ ਦੇ 'ਚ ਤੇਰਾ ਸਦੀਵੀ ਵਾਸਾ ਨਹੀਂ ਹੈ। ਇਹ ਬੱਚੀ ਸਦੀਵੀ ਵਾਸਾ ਪੇਕੇ ਘਰ ਦੇ 'ਚ ਨਹੀਂ ਹੈ। ਆਖਿਰ ਜਾਣਾ ਹੀ ਪਏਗਾ, ਰੁਖਸਤ ਹੋਣਾ ਹੀ ਪਏਗਾ। ਤੋ ਇਸ ਤਰ੍ਹਾਂ ਜਿੰਦ ਨੂੰ ਇਹ ਕਾਇਆ ਸਮਝਾਉਂਦੀ ਹੈ। ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਣਾਏ। ਮੌਤ ਦਾ ਫਰਿਸ਼ਤਾ ਇਸ ਜਿੰਦ ਰੂਪੀ ਵੋਟੀ ਨੂੰ ਪਰਣਾ ਕੇ, ਵਿਆਹ ਕੇ ਆਖਰ ਇੱਕ ਦਿਨ ਲੈ ਜਾਏਗਾ। ਆਪਣ ਹੱਥੀ ਜੋਲ ਕੇ ਕਹਿ ਗਲ ਲੱਗੇ ਧਾਏ। ਇਹ ਸਰੀਰ ਆਪਣੀ ਹੱਥੀ ਇਸ ਜਿੰਦ ਨੂੰ ਟੋਰ ਕੇ ਸੋਚੀ ਪਿਆ, ਇਹ ਜਿੰਦ ਕਿਸ ਦੇ ਗਲ ਜਾ ਲੱਗੇਗੀ, ਕਿੱਥੇ ਪਹੁੰਚੇਗੀ, ਕਿੱਥੇ ਇਸ ਦਾ ਜੋ ਹੈ ਵਸੇਬਾ ਹੋਵੇਗਾ। ਤੋ ਇਸ ਦਾ ਦ੍ਰਿਸ਼ ਬਾਬਾ ਫਰੀਦ ਇਹਨਾਂ ਬੋਲਾਂ ਦੇ ਰਾਹੀਂ ਖਿੱਚਦੇ ਨੇ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਹੈ। ਤੂੰ ਕੰਨਾਂ ਨਾਲ ਹੇ ਜਿੰਦ ਸੁਣਿਆ ਨਹੀਂ। ਅੱਗੋਂ ਜਿਹੜਾ ਪੁੱਲ ਹੈ, ਪੁੱਲ ਸਰਾਤ ਪੁੱਲ ਇਤਨਾ ਨਿੱਕਾ ਹੈ। ਵਾਲੋਂ ਨਿੱਕੀ ਆਖੀਏ,
जितना बारीक ਇਹ ਵਾਲ ਹੈ, ਕੇਸ ਹੈ, ਇਸ ਤੋਂ ਵੀ ਬਾਰੀਕ ਹੈ ਉਹ ਪੁੱਲ। ਇਸ ਨੂੰ ਭਗਤ ਕਬੀਰ ਇੰਜ ਕਹਿੰਦੇ ਨੇ, ਮੁਕਤ ਦੁਆਰਾ ਸੰਗ ਭਰਾ ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਿਹਾ ਨਿਕਸਿਆ ਕਿਉਂ ਕਰ ਜਾਏ। ਉਹ ਮੋਕਸ਼ ਦੁਆਰ, ਧਰਮ ਦੁਆਰ ਜਿੱਥੋਂ ਜਿੰਦ ਨੇ ਲੰਘਣਾ ਹੈ, ਉਹ ਤੇ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੈ। ਇਸਲਾਮ ਤੇ ਸੂਫੀ ਸੰਤ ਤੇ ਬਾਬਾ ਫਰੀਦ ਸਿਰਮੌਰ ਸੂਫੀ ਸੰਤ ਇੰਜ ਕਹਿ ਰਹੇ ਨੇ, ਉਹ ਜੋ ਪੁੱਲ ਸੁਰਾਤ ਹੈ, ਉਹ ਜੋ ਪੁੱਲ ਹੈ, ਉਹ ਤੇ ਵਾਲ ਤੋਂ ਵੀ ਨਿੱਕਾ ਆਖਿਆ ਜਾਂਦਾ ਹੈ, ਬਾਰੀਕ ਆਖਿਆ ਜਾਂਦਾ ਹੈ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਏ, ਫਰੀਦਾ ਕਿਹੜੀ ਪਵੰਦਈ ਖੜਾ ਨਾ ਆਪ ਮੁਹਾਏ। ਤੇਰੇ ਕੰਨਾਂ ਵਿੱਚ ਸ਼ਬਦ ਨਹੀਂ ਪੈ ਰਹੇ ਮਹਾਂਪੁਰਸ਼ਾਂ ਦੇ, ਅਵਤਾਰੀ ਪੁਰਸ਼ਾਂ ਦੇ ਬੋਲ, ਪੈਗੰਬਰਾਂ ਦੇ ਕਲਾਮ, ਕਿਹੜੀ ਪਵੰਦਈ ਤੇਰੇ ਕੰਨਾਂ ਵਿੱਚ ਨਹੀਂ ਪੈ ਰਹੇ। ਸੁਣ ਇਸ ਨੂੰ। ਇਸ ਤਰ੍ਹਾਂ ਦਾ ਮਾਹੌਲ ਹੈ ਅੱਗੇ, ਇਸ ਤਰ੍ਹਾਂ ਦਾ ਜੋ ਹੈ ਰਸਤਾ ਹੈ, ਖੜਾ ਨਾ ਆਪ ਮੁਹਾਏ। ਆਪਣੇ ਆਪ ਨੂੰ ਇਸ ਤਰ੍ਹਾਂ ਨਾ ਲੁਟਾ, ਆਪਣੇ ਆਪ ਨੂੰ ਇਸ ਤਰ੍ਹਾਂ ਬਰਬਾਦ ਨਾ ਕਰ। ਸਮਾਂ ਬਹੁਤ ਕੀਮਤੀ, ਜ਼ਿੰਦਗੀ ਬਹੁਤ ਕੀਮਤੀ, ਔਰ ਐਸਾ ਸਾਜ਼ੋ ਸਮਾਨ ਬਣਾ, ਐਸਾ ਇੰਤਜ਼ਾਮ ਕਰ ਕਿ ਇਸ ਜਿੰਦ ਨੂੰ ਸਹੁਰੇ ਘਰ ਦੇ 'ਚ, ਪਰਮਾਤਮਾ ਦੇ ਘਰ ਦੇ 'ਚ, ਖੁਦਾ ਦੇ ਘਰ ਦੇ 'ਚ ਸਦੀਵੀ ਵਸੇਬਾ ਨਸੀਬ ਹੋਵੇ, ਔਰ ਇਸ ਦਾ ਆਉਣਾ ਜਾਵਣਾ ਖਤਮ ਹੋਵੇ। ਬਾਬੇ ਫਰੀਦ ਦਾ ਇਹ ਪਹਿਲਾ ਸ਼ਲੋਕ। ਫਰੀਦਾ ਦਰ ਦਰ ਵੇਸੀ ਗਾਖੜੀ, ਚੱਲਾਂ ਦੁਨੀਆ ਭਾਥੇ, ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘਾਤੇ। ਮਹਾਂਪੁਰਸ਼ਾਂ 'ਚ ਇੱਕ ਮਹਾਨ ਖੂਬੀ ਆਉਂਦੀ ਹੈ ਕਿ ਨਿਰਮਾਣਤਾ, ਗਰੀਬੀ ਇਹਨਾਂ ਦੇ ਰੋਮ ਰੋਮ ਦੇ 'ਚ ਕੁੱਟ ਕੁੱਟ ਕੇ ਭਰੀ ਆਉਂਦੀ ਹੈ। ਕਹਿੰਦੇ ਹਾਂ ਤੇ ਦਰਵੇਸ਼, ਪਰ ਪਰਮਾਤਮਾ ਦੇ ਦਰ ਦੀ ਇਹ ਦਰਵੇਸ਼ੀ ਬਹੁਤ ਔਖੀ ਹੈ, ਬੜੀ ਗਖੜੀ ਹੈ। ਦਰਵੇਸ਼ ਦਾ ਮਤਲਬ ਹੀ ਹੈ ਜੋ ਖੁਦਾ ਦਾ ਦਰ ਮੱਲ ਕੇ ਬੈਠ ਜਾਏ, ਜੋ ਖੁਦਾ ਦਾ ਬੂਆ ਮੱਲ ਕੇ ਬੈਠ ਜਾਏ ਤੇ ਖੁਦਾ ਦੇ ਬੂਏ ਤੋਂ ਬਿਨਾਂ ਹੋਰ ਕਿਸੇ ਦੇ ਬੂਏ 'ਤੇ ਜਾਏ ਹੀ ਨਾ, ਉਸੇ ਨੂੰ ਹੀ ਅਰਬੀ ਫਾਰਸੀ 'ਚ ਕਹਿੰਦੇ ਨੇ ਦਰਵੇਸ਼। ਪਰ ਬਾਬਾ ਫਰੀਦ ਕਹਿੰਦੇ ਨੇ ਦਰਵੇਸ਼ੀ ਬੜੀ ਔਖੀ ਹੈ, ਬੜੀ ਬਿਖਮ ਹੈ। ਫਰੀਦਾ ਦਰ ਦਰ ਵੇਸੀ ਗਾਖੜੀ, ਚੱਲਾਂ ਦੁਨੀਆ ਭਾਥੇ। ਮੈਂ ਤੇ ਦੁਨੀਆਦਾਰਾਂ ਦੀ ਤਰ੍ਹਾਂ ਚੱਲ ਰਿਹਾ। ਬਾਣਾ ਦਰਵੇਸ਼ੀ ਦਾ ਹੈ, ਲੋਕ ਦਰਵੇਸ਼ ਕਹਿੰਦੇ ਨੇ, ਪਰ ਮੇਰੀ ਚਾਲ ਦੇ 'ਚ ਦਰਵੇਸ਼ੀ ਨਹੀਂ ਹੈ, ਮੇਰੇ ਬੋਲਾਂ ਦੇ 'ਚ ਦਰਵੇਸ਼ੀ ਨਹੀਂ। ਮੇਰੇ ਬੋਲਾਂ ਦੇ 'ਚ, ਮੇਰੇ ਚਾਲ ਦੇ 'ਚ, ਮੇਰੇ ਕਿਰਦਾਰ ਦੇ 'ਚ ਤੇ ਦੁਨੀਆ ਹੈ, ਸੰਸਾਰ ਹੈ। ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘਾਤੇ। ਇਹ ਦਰਵੇਸ਼ੀ ਦੀ ਪੰਡ ਜੋ ਮੈਂ ਸਿਰ 'ਤੇ ਚੁੱਕੀ ਹੈ, ਇਹ ਕਿੱਥੇ ਰੱਖਦੇ ਹਾਂ? ਭਾਵ ਦੁਨੀਆ 'ਚ ਤੇ ਮੈਂ ਰੱਖ ਨਹੀਂ ਸਕਦਾ। ਖੁਦਾ ਦੇ ਬੂਏ 'ਤੇ ਇਸ ਪੰਡ ਨੂੰ ਪਹੁੰਚਾਵਾਂ, ਗਾਖੜਾ ਲੱਗਦਾ ਹੈ, ਔਖਾ ਲੱਗਦਾ ਹੈ, ਬਿਖਮ ਹੈ ਮਾਰਗ। ਕਿਉਂ ਕਿ ਮੇਰੀ ਚਾਲ ਦੇ 'ਚ ਦੁਨੀਆ ਹੈ, ਮੇਰੀ ਚਾਲ ਦੇ 'ਚ ਖੁਦਾਈ ਨਹੀਂ। ਮੇਰੀ ਚਾਲ ਦੇ ਸੰਸਾਰ ਹੈ, ਮੇਰੀ ਗਤੀ ਨਿਰੰਕਾਰ ਦੀ ਤਰਫ ਨਹੀਂ। ਇਸ ਤਰ੍ਹਾਂ ਦਾ ਹਾਲ ਆਪਣੇ ਮਨ ਦਾ ਬਾਬਾ ਫਰੀਦ ਜਗਤ ਦੇ ਸਾਹਮਣੇ ਔਰ ਜਗਤ ਦੇ ਮਾਲਿਕ ਖੁਦਾ ਦੇ ਸਾਹਮਣੇ ਰੱਖ ਰਹੇ ਨੇ। ਕਿਝ ਨਾ ਬੁਝੇ ਕਿਝ ਨਾ ਸੁਝੇ, ਦੁਨੀਆ ਗੁੱਜੀ ਭਾਏ। ਸਾਈਂ ਮੇਰੇ ਚੰਗਾ ਕੀਤਾ, ਨਾਈ ਤਾਂ ਹੰਬੀ ਦੱਜਾਂ ਆਏ। ਕੁਛ ਵੀ ਸਮਝ ਨਹੀਂ ਮਨੁੱਖਾਂ ਨੂੰ, ਇਸ ਦੁਨੀਆਦਾਰਾਂ ਨੂੰ, ਇਹਨਾਂ ਸੰਸਾਰੀ ਮਨੁੱਖਾਂ ਨੂੰ ਕੁਛ ਵੀ ਪਤਾ ਨਹੀਂ। ਗੁੱਜੀ ਭਾਅ ਦੇ 'ਚ ਜਲ ਰਹੇ ਨੇ,
चिंता दे च जल रहे न, तृष्णा च जल रहे न, क्रोध दे च जल रहे ने। साईं मेरे चंगा कीता, मेरे रब ने, मेरे खुदा ने मेरे लिए चंगा कीता, दरवेश बना दिता, अपने बूए ते बिठा दिता। नहीं तो हम भी दज्जा आ है, नहीं तो इस आ चिंता दी अग दे च मैं भी जल जाना सी, मैं भी सड़ जाना सी, मेरा भी ओही हाल होना सी जो दुनिया दा हाल हो रहा है, गुज्जी भा दे च छुपी हुई अग दे च जल रही है। फरीदा जे जाना तिल थोड़े, संबले बुक भरी, जे जाना सो नडड़ा, थोड़ा माण करी। लਹਿੰਦੇ ਪੰਜਾਬ ਦੇ ਵਿੱਚ ਵਿਆਹ ਦੇ ਸਮੇਂ ਜਦ ਵਹੁਟੀ ਸਹੁਰੇ ਘਰ ਪਹੁੰਚਦੀ ਹੈ ਤਾਂ ਤਿਲਵੇਤਰੇ ਕੀਤੇ ਜਾਂਦੇ ਨੇ। ਤਿਲਵੇਤਰੇ ਇਹ ਨਵੀਂ ਵਿਆਹੀ ਘਰ ਦੇ ਵਿੱਚ ਪਰਚ ਜਾਏ, ਵਸ ਜਾਏ, ਸਾਰਿਆਂ ਨਾਲ ਸਾਂਝ ਬਣੇ ਤਾਂ ਤਿਲਵੇਤਰੇ ਕੀਤੇ ਜਾਂਦੇ ਨੇ। ਇੱਕ ਭਾਂਡੇ ਦੇ ਵਿੱਚ ਤਿਲ ਪਾ ਕੇ ਪਤੀ ਉਹ ਤਿਲ ਪਤਨੀ ਦੇ ਹੱਥਾਂ 'ਚ ਰੱਖਦਾ ਹੈ, ਪਤਨੀ ਫਿਰ ਪਤੀ ਦੇ ਹੱਥਾਂ 'ਚ ਰੱਖਦੀ ਹੈ। ਇਸ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਦੇ ਉੱਤੇ ਬਾਰ-ਬਾਰ ਤਿਲ ਰੱਖਣੇ, ਇਹਨੂੰ ਤਿਲਵੇਤਰੇ ਕਹਿੰਦੇ ਨੇ। ਲਾਹੌਰ ਤੋਂ ਪਰੇ ਤਮਾਮ ਲਹਿੰਦੇ ਪੰਜਾਬ ਦੇ 'ਚ ਇਹ ਰਸਮ ਵਿਆਹ ਦੇ ਸਮੇਂ ਬਕਾਇਦਾ ਪ੍ਰਚਲਿਤ ਸੀ ਔਰ ਪ੍ਰਚਲਿਤ ਹੈ। ਫਿਰ ਇਹ ਤਿਲਵੇਤਰੇ ਬਾਅਦ ਦੇ 'ਚ ਨਿਨਾਣਾ ਨਾਲ ਔਰ ਦਰਾਣੀਆਂ ਨਾਲ, ਜੇਠਾਣੀਆਂ ਨਾਲ, ਦੇਵਰ ਨਾਲ, ਜੇਠ ਨਾਲ, ਸਭ ਨਾਲ ਕਰਾਏ ਜਾਂਦੇ ਸਨ ਤਾਂ ਕਿ ਇਸ ਤਰ੍ਹਾਂ ਸਾਂਝ ਬਣੇ ਇਹ ਕੌਣ ਕੌਣ ਨੇ, ਘਰ ਦੇ ਕਿਹੜੇ ਕਿਹੜੇ ਫਰਦ ਨੇ, ਔਰ ਇਸ ਤਰ੍ਹਾਂ ਇਹ ਪਰਚ ਕੇ ਘਰ ਦਾ ਹਿੱਸਾ ਬਣ ਜਾਏ। ਪਹਿਲੀ ਸਾਂਝ ਇਹਨਾਂ ਤਿਲਵੇਤਰਿਆਂ ਨਾਲ ਜੋੜੀ ਜਾਂਦੀ ਸੀ। ਬਾਬਾ ਫਰੀਦ ਇੱਥੇ ਕਹਿੰਦੇ ਨੇ, ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ। ਜੇ ਤਿਲ ਹੀ ਥੋੜੇ ਸਨ ਤਾਂ ਸੰਭਲ ਕੇ ਬੁੱਕ ਭਰਨੀ ਸੀ। ਜੇ ਸਵਾਸ ਹੀ ਥੋੜੇ ਨੇ ਕੋਲ ਤੇ ਇਹਨਾਂ ਨੂੰ ਸੰਭਲ ਕੇ ਵਰਤਣਾ ਹੈ, ਸੰਭਲ ਕੇ ਦੇਣਾ ਹੈ, ਸੰਭਲ ਕੇ ਦੂਜੇ ਦੇ ਹੱਥ 'ਚ ਪਾਉਣਾ ਹੈ। ਇਹਨਾਂ ਸਵਾਸਾਂ ਦੇ ਨਾਲ ਸਾਂਝ ਜੁੜਦੀ ਹੈ ਜਗਤ ਦੇ 'ਚ, ਪਰ ਢੰਗ ਨਾਲ ਜੋੜਨੀ ਹੈ ਔਰ ਸਵਾਸਾਂ ਨੂੰ ਢੰਗ ਨਾਲ ਖਰਚ ਕਰਨਾ ਹੈ, ਕਿਉਂਕਿ ਇਹ ਤੇ ਥੋੜੇ ਨੇ, ਗਿਣਤੀ ਮਿਣਤੀ ਦੇ ਇਹ ਸਵਾਸ ਨੇ, ਬਹੁਤ ਜ਼ਿਆਦਾ ਨਹੀਂ। ਜੇ ਜਾਣਾ ਸੋ ਨੱਡੜਾ, ਥੋੜਾ ਮਾਣ ਕਰੀ ਸੋ ਨੱਡੜਾ। ਜੇ ਮੈਂ ਇਸ ਗੱਲ ਨੂੰ ਜਾਣਿਆ ਹੁੰਦਾ ਕਿ ਖੁਦਾ ਵਾਸਤਵਿਕ ਬਾਲਾ ਪ੍ਰੀਤਮ ਹੈ, ਬਾਲਕ ਬੁੱਧ ਹੈ, बाल जैसा, बच्चे जैसा अज्ञान नहीं, बच्चे जैसा सुभाव, बच्चे का सुभाव बड़ा बोला है, बच्चा अंदरों बाहरों एक है। शायद यही कारण है कि बच्चा बहुत प्यारा लगता है, बहुत प्यारा लगता है। जानी दुश्मन भी होवे कोई किसी का तां भी बच्चा तो उसनूं प्रभावित करता है। बच्चे की मासूमियत, बच्चे की पवित्रता, बच्चे का भोलापन, बच्चे का अंदरों बाहरों एक होना हर एक नूं जो है प्रभावित करता है। जे मैनूं पता होंदा कि वह परमात्मा ते नडड़ा है, बाल बुद्ध है, बालक जैसा है, तो मैं जवानी दा, वडपणे दा माण इतना ना करदी, मैं इस हंकार दे च ना रहिंदी। हंकार एक मासूम बच्चे दे च नहीं है, परमात्मा दे च नहीं है। बच्चे की जिहड़ी अवस्था है वही परमात्मा की अवस्था है, और संत की जो अवस्था है, फकीर की अवस्था है, वही भी बच्चे जैसी है। हज़रत ईसा कहा करते सन, मेरे खुदा दे राज दे च बच्चे ही प्रवेश कर सकणगे। गुरु अर्जन देव जी महाराज कहते ने, पायो बाल बुद्ध सुखरे। बच्चे जैसा जब बोध धारण किया है तो सुख की प्राप्ति हो गई है, परमात्मा की प्राप्ति हो गई है। हू बहू यही भाव बाबा फरीद अपने इस पावन श्लोक के राही साढ़े सामने रख रहे हैं। जे जाना लड़ छिजना,
पीढ़ी पाई गंड, तैजे वड मैं नाए को, सब जग डिठा हंड। ਲਾਵਾਂ ਦੇ ਸਮੇਂ, ਫੇਰੇ ਦੇ ਸਮੇਂ ਕੁੜੀ ਤੇ ਮੁੰਡੇ ਦੇ ਪੱਲਿਆਂ 'ਚ ਗੰਢ ਪਾ ਦਿੱਤੀ ਜਾਂਦੀ ਹੈ। ਬਾਬਾ ਫਰੀਦ ਕਹਿੰਦੇ ਨੇ, ਜੇ ਵਾਕਈ ਇਹ ਲੜ ਛਿਝ ਜਾਣਾ ਸੀ, ਮੇਰਾ ਸਿਮਰਨ ਭੁਲੇਖਿਆਂ ਦੇ 'ਚ ਪੈ ਜਾਣਾ ਸੀ, ਮੇਰੀ ਬੰਦਗੀ ਢਿੱਲੀ ਪੈ ਜਾਣੀ ਸੀ, ਮੇਰੀ ਇਬਾਦਤ ਕੁਝ ਕਮਜ਼ੋਰ ਹੋ ਜਾਣੀ ਸੀ, ਐਸਾ ਮਾਹੌਲ ਬਣਨਾ ਸੀ, ਤਾਂ ਮੈਂ ਸ਼ੁਰੂ ਤੋਂ ਹੀ ਪੀੜੀਪਣ, ਪੱਕੀ ਗੰਢ ਪਾਉਂਦੀ, ਤਾਂ ਕਿ ਲੜ ਮੇਰਾ ਨਾ ਛਿਝਦਾ, ਨਾ ਟੁੱਟਦਾ। ਕਿਉਂਕਿ ਮੈਂ ਸਾਰਾ ਜਗ ਹੰਢਾ ਕੇ ਵੇਖ ਲਿਆ, ਐ ਖੁਦਾ ਤੇਰੇ ਜੈਸਾ ਕੋਈ ਵੀ ਨਹੀਂ, ਤੇਰੇ ਜੈਸਾ ਕੋਈ ਵੀ ਨਹੀਂ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨ ਲੇਖ, ਆਪਨੜੇ ਗਿਰਵਾਨ ਮੇਂ ਸਿਰ ਨੀਵਾ ਕਰ ਦੇਖ। ਬੜਾ ਸੁੰਦਰ ਉਪਦੇਸ਼ ਬਾਬਾ ਫਰੀਦ ਜਗਤ ਨੂੰ ਦੇ ਰਹੇ ਨੇ। ਜੇ ਤੂੰ ਬਾਰੀਕ ਅਕਲ ਦਾ ਮਾਲਕ ਹੈ, ਜੇ ਤੂੰ ਅਕਲ ਲਤੀਫ, ਜੇ ਤੂੰ ਸੂਝ ਸਮਝ ਦਾ ਮਾਲਕ ਹੈ, ਤਾਂ ਆਪਣੇ ਹਿਰਦੇ ਦੇ ਉੱਤੇ ਕਾਲੇ ਲਿਖ ਨਾ ਲੇਖ, ਇਹ ਕਾਲੀ ਲੇਖਣੀ ਨਾ ਲਿਖ। ਕਾਲੀ ਲੇਖਣੀ ਲਿਖਣੀ ਕੀ ਹੈ? ਦੂਜਿਆਂ ਦੀਆਂ ਭੁੱਲਾਂ ਵੇਖਣੀਆਂ, ਦੂਜਿਆਂ ਦੇ ਗੁਨਾਹ ਵੇਖਣੇ, ਦੂਜਿਆਂ ਦੇ ਔਗਣ ਵੇਖਣੇ। ਦੂਜਿਆਂ ਦੇ ਔਗਣ ਵੇਖਣ ਲਈ ਦੂਜੇ 'ਚ ਬਹੁਤ ਗਹਿਰੀ ਝਾਤ ਮਾਰਨੀ ਪਏਗੀ। ਪ੍ਰਕਿਰਤੀ ਨੇ ਇੱਕ ਨਿਯਮ ਬਣਾ ਰੱਖਿਆ ਹੈ, ਉੱਪਰੋਂ ਉੱਪਰੋਂ ਵੇਖੋ। ਜੈਸੇ ਉੱਪਰ ਉੱਪਰ ਬੰਦੇ ਨੂੰ ਵੇਖੀਏ ਤਾਂ ਸੋਹਣੀ ਖਲੜੀ ਹੈ, ਖਲੜੀ ਦੇ ਉੱਤੇ ਸੋਹਣੇ ਜਿਹਾ ਕੱਪੜੇ ਪਾਏ ਹੋਏ ਨੇ, ਠੀਕ ਹੈ। ਪਰ ਹੁਣ ਕੋਈ ਗਹਿਰਾ ਵੇਖੇ, ਖਲੜੀ ਦੇ ਥੱਲੇ ਵੇਖੇ ਤਾਂ ਮਾਂਸ ਹੈ, ਹੋਰ ਗਹਿਰਾ ਵੇਖੇ ਮਿੰਜ ਹੈ, ਖੂਨ ਹੈ, ਹੱਡੀਆਂ ਹੈ, ਦੁਰਗੰਧ ਹੈ। ਤੋ ਜੈਸੇ ਕਿਸੇ ਦੇ ਤਨ ਨੂੰ ਅਸੀਂ ਉੱਪਰ ਉੱਪਰ ਹੀ ਵੇਖਦੇ ਹਾਂ, ਉਸਦੇ ਕੱਪੜੇ ਵੇਖ ਲੈਂਦੇ ਹਾਂ, ਉਹਦੀ ਵੇਸ਼ ਭੂਸ਼ਾ ਵੇਖ ਲੈਂਦੇ ਹਾਂ, ਉਹਦੀ ਖਲੜੀ ਵੇਖ ਲੈਂਦੇ ਹਾਂ, ਗੋਰੀ ਹੈ, ਕਾਲੀ ਹੈ, ਸਾਂਵਰੀ ਹੈ, ਲਾਲ ਹੈ, ਜ਼ਰਦੀ ਮਾਇਲ ਹੈ। ਇਸੇ ਤਰ੍ਹਾਂ ਕਿਸੇ ਦੇ ਮਨ ਦੇ 'ਚ, ਕਿਸੇ ਦੀ ਜ਼ਿੰਦਗੀ ਦੇ 'ਚ ਬਹੁਤ ਗਹਿਰੀ ਝਾਤ ਨਹੀਂ ਮਾਰਨੀ ਚਾਹੀਦੀ, ਉੱਪਰੋਂ ਹੀ ਉੱਪਰੋਂ ਵੇਖਣਾ ਚਾਹੀਦਾ ਹੈ। ਕਿਉਂਕਿ ਗਹਿਰੇ ਦੇ 'ਚ ਗਏ ਤਾਂ ਹਰ ਮਨੁੱਖ ਦੇ 'ਚ ਕੁਛ ਨਾ ਕੁਛ ਤੇ ਔਗਣ ਹਨ, ਹਰ ਮਨੁੱਖ ਦੀਆਂ ਕੁਛ ਨਾ ਕੁਛ ਭੁੱਲਾਂ ਤੇ ਹਨ, ਹਰ ਮਨੁੱਖ ਦੀਆਂ ਕੁਛ ਨਾ ਕੁਛ ਗਲਤੀਆਂ ਤੇ ਹਨ। ਤੋ ਗਲਤੀਆਂ ਦੇਖਦਿਆਂ, ਭੁੱਲਾਂ ਦੇਖਦਿਆਂ ਉਹ ਮਨੁੱਖ ਨਜ਼ਰਾਂ ਤੋਂ ਗਿਰੇਗਾ, ਉਸ ਦੀ ਨਿੰਦਾ ਚੱਲ ਪਏਗੀ। ਇੱਕ ਮਨੁੱਖ ਨਜ਼ਰਾਂ ਤੋਂ ਗਿਰਿਆ, ਇੱਕ ਉਸ ਦੀ ਨਿੰਦਾ ਕਰਨ ਦਾ ਪਾਪ ਕਮਾਇਆ, ਔਰ ਇਸ ਤਰ੍ਹਾਂ ਹਰ ਇੱਕ ਦੇ 'ਚ ਔਗਣ ਦੇਖਦਿਆਂ ਦੇਖਦਿਆਂ, ਦੇਖਣ ਕਰਕੇ ਇੱਕ ਦਿਨ ਉਹ ਸਾਰੇ ਦੇ ਸਾਰੇ ਔਗਣ ਆਪਣੇ ਵਿੱਚ ਵੀ ਪ੍ਰਵੇਸ਼ ਕਰ ਜਾਂਦੇ ਨੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਦੂਜਿਆਂ ਦੇ 'ਚ ਗਹਿਰੀ ਝਾਤ ਮਾਰ ਕੇ ਨਾ ਵੇਖ, ਆਪਨੇ ਗਿਰਵਾਨ ਮੇਂ ਸਿਰ ਨੀਵਾ ਕਰ ਦੇਖ। ਜੇ ਦੇਖਣਾ ਹੈ ਤਾਂ ਆਪਣੇ ਗਰੀਬਾਨ ਦੇ 'ਚ ਝਾਤ ਮਾਰ ਕੇ ਵੇਖ। ਗਹਿਰੇ ਤਲ ਦੇ 'ਚ ਜੇ ਦੇਖਣਾ ਚਾਹੁੰਦਾ ਹੈ ਤਾਂ ਫਿਰ ਆਪਣੇ 'ਚ ਵੇਖ। ਜੈਸੇ ਤੈਨੂੰ ਆਪਣੇ ਸਰੀਰ ਦੇ 'ਚ ਦੁਰਗੰਧ, ਮਾਸ, ਮਿੰਜ ਦਿਖਾਈ ਦੇਗੀ, ਇਸ ਤਰ੍ਹਾਂ ਆਪਣੀ ਜ਼ਿੰਦਗੀ ਜਦ ਗਹਿਰੀ ਝਾਤ ਮਾਰੇਗਾ ਤੇ ਤੈਨੂੰ ਔਗਣ ਦਿਖਾਈ ਦੇਣਗੇ, ਕਮਜ਼ੋਰੀਆਂ ਦਿਖਾਈ ਦੇਣਗੀਆਂ, ਤੇਰਾ ਹੰਕਾਰ ਚਿਕਨਾ ਚੂਰ ਹੋ ਜਾਏਗਾ, ਔਰ ਹੋ ਸਕਦਾ ਤੂੰ ਉਹਨਾਂ ਔਗਣਾਂ ਨੂੰ ਮਿਟਾਉਣ ਦੇ 'ਚ ਲੱਗ ਜਾਏ। ਔਰ ਜਗਤ ਦੇ ਜਦ ਉੱਪਰੋਂ ਉੱਪਰੋਂ ਵੇਖੇਗਾ ਤੇ ਦੂਸਰਿਆਂ ਦੇ ਗੁਣ ਦਿਖਾਈ ਦੇਣਗੇ, ਤਾਂ ਇਸ ਤਰ੍ਹਾਂ ਤੇਰੀ ਗੁਣਾਂ ਨਾਲ ਸਾਂਝ ਬਣੇਗੀ ਤੇ ਦੂਜਿਆਂ ਦੀ ਤੂੰ ਨਿੰਦਾ ਕਰਨ ਤੋਂ ਵੀ ਬਚ ਜਾਏਗਾ। ਔਰ ਆਪਣੇ ਦੇ ਜਦ ਤੂੰ ਗਹਿਰੀ ਝਾਤ ਮਾਰੇਗਾ ਤੇ ਤੈਨੂੰ ਔਗਣ ਦਿਖਾਈ ਦੇਣਗੇ, ਤਾਂ ਤੇਰਾ ਹੰਕਾਰ ਚਿਕਨਾ ਚੂਰ ਹੋ ਜਾਏਗਾ, ਔਰ ਆਪਣੇ ਔਗਣਾਂ ਨੂੰ ਦੂਰ ਕਰਨ ਲਈ ਤੂੰ ਈਸ਼ਵਰ ਦੇ ਗੁਣਾਂ ਨਾਲ ਸੰਬੰਧ ਵੀ ਜੋ ਹੈ ਜੋੜ ਸਕਦਾ ਹੈ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਇਹ ਕਾਲੇ ਲਿਖ ਆਪਣੇ ਹਿਰਦੇ ਦੀ ਤਖਤੀ ਤੇ ਨਾ ਲਿਖ, ਭਾਵ ਦੂਸਰਿਆਂ ਦੇ ਔਗਣ ਨਾ ਵੇਖ।
फरीदा जै तै मारन मुकियां, फरीदा जो तै मारन मुकियां, तिना न मारे घुम, आपनड़े घर जाइए, पैर तिना दे चुम। जो तैनू खिच के मुक्का मारन, तेरे नाल वधेकी करन, पलट के तो उन्हां नाल वधेकी ना कर। तू उन्हां दे पैर चुम ले। जो तेरे सिर दी बेइज्जती करन, तू उन्हां दे कदमां दी खाक बन जा। तू उन्हां दे पैर चुम। इस तरीके दे नाल मनुख अपने घर दे च वसेबा कर लैंदा है। भाव अपनी आत्मा दे च, अपनी रूह दे च उसदा मन टिक जांदा है और नूं सुकून नसीब आउंदा है, शांति नसीब आउंदा है। बदले दी भावना नाल ते अंदर जलन ही रहिंदी है। बदले दी भावना नाल ते हर वक्त अंदर कुड़तन ही रहिंदी है। बदले दी भावना नाल सवाए ढैंदी कला तो और कुछ भी नहीं। बदला एक ऐसा बोझ है जो अध्यात्मक उन्नति होने ही नहीं देंदा। बाबा फरीद सावधान कर रहे ने, सुचेत कर रहे ने। फरीदा जा तो खट्टण वेल, ता तू रत्ता दुनी स्यों, मर्ग सवाई नी, जा भरिया तां लद्या। खट्टण दा समां सी, नाम बिहाजण दा समां सी, बंदगी करन दा समां सी। जो जवानी दी खास रुत, जवानी दा खास समां, शरीर दे च बल सी, शरीर दी शक्ति सी, शरीर दे च उछाल सी, शरीर दे च उत्साह सी, उमंग सी, तरंग सी। इस सारी शक्ति, इस सारी उमंग, इस सारी तरंग तू दुनियादारी दे च खर्च कर दित्ती। तू विषय विकारां च खर्च कर दित्ती। अपनी शक्ति दा सही इस्तेमाल नहीं कीता। अपने उछाल, अपनी उमंग, अपने तरंगां दी सही वरतों नहीं कीती। मर्ग सवाई नहीं, जां भरिया तां लद्या। आखिर एक दिन मौत ने आ जाना है और वाकई जद श्वास पूरे हो गए, भर गए, तो फिर तैनू अगे जाना पेगा। तेरा वासा फिर कबर दे च ही है। जीवन कबर दे च पहुँचे, शरीर कबर दे च पहुँचे, उस तो पहले रूह खुदा तक पहुँचनी चाहिए। ऐसा बाबा फरीद उपदेश कर रहे ने, संदेश दे रहे ने। देख फरीदा जो थिया, दाड़ी होई भूर, अगों नेड़ा आया, पिछारिया दूर। पिछे की है जन्म, अगे की है मौत। देखते सही तेरा दाड़ा चिट्टा हो गया है, वाल चिट्टे हो गए ने, बुढ़ेपा उतर आया है, मौत नेड़े आई है। पिछा जन्म तो बहुत दूर रह गया, बहुत दूर रह गया। एक बच्चा जन्मदिन मनावे, ठीक है, माफ़ किया जा सकता है। एक जवान जन्मदिन मनावे, थोड़ा जिहा सोचा जा सकता है ये जवान भुल कर रहा है। पर एक बुढ़ा भी जन्मदिन मनावे तो एक कोई महामूड, बहुत ही अचेत मनुख ऐसा जो है कर सकता है, क्योंकि अग्गा बहुत नेड़े आया है। मौत तो बिल्कुल नेड़े आई। जन्म होया 70-80 साल हो गए, मरण दिन तो बिल्कुल नेड़े आ गया, 100 दिन आया नेड़े। तो बाबा फरीद कहते जिहड़ा दिन नेड़े आया है उन्होंने चेते कर। जो लंघ गया दिन और बहुत मुद्दत हो गई है, भुला, जन्म नो भुला, मौत नो चेते कर। और ये हकीकत है, एक सच्चाई है। काल चिंतन ही अकाल दा चिंतन बन जाते। अपने अंत दा चिंतन ही प्रभु बेअंत दा चिंतन बन जाता है। बाबा फरीद अपने पावन सलोक दे राहीं ये उपदेश दे रहे हैं। देख फरीदा जे थिया,
शक्कर होई विस साईं बाझों अपने वेदन कहिए किसे। कल तक जो मिठा सी, कल तक जो शक्कर सी, कल तक ਜਿਹੜੇ ਪਦਾਰਥ ਮਿੱਠੇ ਲੱਗਦੇ ਸਨ, कल तक जो ये संसार सोहना लगदा सी, अज बुढ़ेपे करके ते विस बन गए। मिठास ही जहर बन गई है, मिठास ही कुड़तन बन गई है, स्वप्न ही कुरूपता बन गया है। शरीर निर्बल हो गया है, कमज़ोर हो गया है। भावें सब कुछ ओही कुछ है, पर सब कुछ भोगण दे समर्थ हुण शरीर नहीं रहा। वासना ओही कुछ है, पर वासना की पूर्ति हो सके शरीर दे च बल नहीं, तो बल ना होण करके सारी मिठास जहर बन के रह गई है। ये जिहड़ी वेदना है, ये जिहड़ी पीड़ा है, परमात्मा तो बिना, खुदा तो बिना और किसनूं आखीए और किस दे अगों रखीए। फरीदा अखी देख पतीणियां, सुन सुन रीणे कन, साख पकंदी आया होर करेंदी वन। देख देख के अखां पतियाइयां नहीं, रजियां नहीं, नज़रां कमज़ोर हो गईयां। सुन सुन के कन तृप्त नहीं होए, कन बहरे हो गए। साख पकंदी आया, मौसम बहार मौसम खिजां दे तब्दील हो रहा है। पतझड़ दी रुत आ गई है। जैसे महाराज दी बाणी इंज फरमान कर दी है, रुत फिरी वण कंबिया पत झड़े झड़ पाए, चारे कुंडा ढूंढियां रहन के दाऊ ना है। फरीदा ऐसा भी फरमान करते हैं। कबीर ते गुरु अर्जन देव जी महाराज दे वाक भी मौजूद ने। पत्तर भुरजेण जड़ियं ने जड़ियं पेट संपदा, पतझड़ दी रुत दे च पत्ते झड़ जाते हैं। और तमाम बहार उत्साह कुलाहल उदासी दे च बदल जाता है। उदासीनता दा रूप पतझड़ दी रुत दे चारों पासे होंदा है। तो बाबा फरीद कहते शाखां ते पकड़न नूं आ गईयां ने, मौसम खिजां आ गया है। सुन सुन के कन बहरे हो गए ने, वेख वेख के अखां रजियां ते नहीं, पर अखां नज़रां गवा बैठियां ने। होर दा होर शरीर रूप धारण करी जांदा है, निर्बल होई जांदा है। ये सारी चेतावनी बाबा फरीद शरीर बारे करा रहे हैं, ताकि मनुख सुचेत होके अपने शरीर की वरतों, समय की वरतों, जीवन शक्ति की वरतों सही कर सके। फरीदा काली जिनी न रावया, धौली रावे कोए, कर साई स्यों पिरहड़ी, रंग नवेला होए। काली दाड़ा काला सी, केस काले सन, जवानी सी। उदो खुदा दा रमन कीता नहीं, चिंतन कीता नहीं, बंदगी कीती नहीं। धौली रावे कोए, बुढ़ेपे च किसने रमन करना है। भाव हुण ते नमाज पढ़न की सत्या नहीं रही, तलावत करन की ताकत नहीं रही, रोज़े रखण की समर्था नहीं रही, हज करन की शक्ति नहीं रही। इस बुढ़ेपे दे धौली रावे कोए, किसने इस बुढ़ेपे दे बंदगी करनी है। कर साई स्यों पिरहड़ी, रंग नवेला होए। इस जवानी दी रुत दे उस खुदा नाल प्यार दी पींग पा, नवें तो नवा रंग तैनू चढ़ेगा। नित नवा रंग, रंग नवेला होए। वो रंग कदी पुराना नहीं होवेगा, वो रस कदी पुराना नहीं होवेगा। साहिब मेरा नीत नवा, सदा सदा दातार। नित नवियां खुशियां,
ਨਿਤ ਨਵੇਂ ਰੰਗ, ਨਿਤ ਨਵਾਂ ਰਸ, ਨਿਤ ਨਵਾਂ ਸੁਹੱਪਣ ਤੇਰੀ ਜ਼ਿੰਦਗੀ 'ਚ ਪੈਦਾ ਹੋਵੇਗਾ। ਹੇ ਮਨੁੱਖ, ਤੂੰ ਉਸ ਸਾਈਂ ਦੇ ਨਾਲ ਪਿਆਰ ਪਾ ਜਵਾਨੀ ਦੀ ਰੁੱਤ ਹੈ। ਅਗਲਾ ਸ਼ਲੋਕ ਤੀਜੇ ਗੁਰੂ ਨਾਨਕ ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਬਾਬਾ ਫਰੀਦ ਬਿਲਕੁਲ ਠੀਕ ਕਹਿ ਰਹੇ ਨੇ, ਬਿਲਕੁਲ ਠੀਕ ਕਹਿ ਰਹੇ ਨੇ, ਪਰ ਇਸ ਸ਼ਲੋਕ ਤੋਂ ਕਿਧਰੇ ਬੁੱਢਿਆਂ ਲਈ ਮਾਯੂਸੀ ਨਾ ਪੈਦਾ ਹੋ ਜਾਏ, ਨਿਰਾਸ਼ਾ ਨਾ ਪੈਦਾ ਹੋ ਜਾਏ। ਔਰ ਵੈਸੇ ਬਾਬਾ ਫਰੀਦ ਵੀ ਨਿਰਾਸ਼ ਨਹੀਂ ਕਰ ਰਹੇ, ਉਹ ਵੀ ਬਿਰਧ ਅਵਸਥਾ ਤੱਕ ਬੰਦਗੀ ਕਰਦੇ ਰਹੇ। ਲੇਕਿਨ ਅਰਥਕਾਰ ਪੜ੍ਹਨ ਵਾਲਾ ਭੁਲੇਖਾ ਖਾ ਸਕਦਾ ਹੈ। ਇਹ ਭੁਲੇਖਾ ਨਾ ਪੈਦਾ ਹੋਵੇ ਤਾਂ ਸੁਚੇਤ ਕਰਦੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂ ਦੇ। ਐ ਫਰੀਦ, ਚਾਹੇ ਜਵਾਨੀ ਵਿੱਚ ਚਾਹੇ ਬੁਢੇਪੇ 'ਚ, ਜੇ ਕੋਈ ਸਦੀਵੀ ਉਸ ਪਰਿਪੂਰਨ ਪਰਮਾਤਮਾ ਦਾ ਚਿੰਤਨ ਕਰ ਸਕੇ, ਉਸ ਨੂੰ ਚੇਤੇ ਕਰ ਸਕੇ, ਤਾਂ ਜਵਾਨੀ ਵੀ ਸਫਲ ਹੋ ਸਕਦੀ ਹੈ, ਬੁਢੇਪਾ ਵੀ ਸਫਲ ਹੋ ਸਕਦਾ ਹੈ। ਇਹ ਜੋ ਪ੍ਰੇਮ ਦਾ ਪਿਆਲਾ ਹੈ, ਇਹ ਜੋ ਬੰਦਗੀ ਦਾ ਜਾਮ ਹੈ, ਇਹ ਜੋ ਪ੍ਰੇਮ ਦੀ ਲਪਕ ਹੈ, ਲਟਕ ਹੈ, ਆਪਣਿਆਂ ਲਾਇਆ ਨਹੀਂ ਲੱਗਦੀ, ਆਪਣੀ ਉਦਮ ਦੀ ਸਫਲਤਾ ਨਾਲ ਪ੍ਰਾਪਤ ਨਹੀਂ ਆਉਂਦੀ। ਇਹ ਤੇ ਭਾਵੇਂ ਹਰ ਇੱਕ ਤੜਪੇ ਤੇ ਹਰ ਇੱਕ ਲੋਚੇ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂਦੇ। ਇਹ ਪਿਆਲਾ ਤੇ ਖਸਮ ਦਾ ਹੈ, ਖੁਦਾ ਦਾ ਹੈ, ਉਸ ਦੇ ਹੱਥੋਂ ਹੈ ਹੀ ਜਿਸ ਨੂੰ ਪ੍ਰਾਪਤ ਹੋ ਜਾਏ ਹੋ ਜਾਏ। ਇਹ ਪਿਆਲਾ ਮਨੁੱਖ ਦੇ ਹੱਥ 'ਚ ਨਹੀਂ। ਮਨੁੱਖ ਇਸ ਪਿਆਲੇ ਦੀ ਮੰਗ ਕਰ ਸਕਦਾ ਹੈ, ਮਨੁੱਖ ਇਸ ਪਿਆਲੇ ਦੀ ਤੜਪ ਕਰ ਸਕਦਾ ਹੈ, ਚਾਹੇ ਜਵਾਨੀ 'ਚ ਕਰੇ ਚਾਹੇ ਬੁਢੇਪੇ 'ਚ ਕਰੇ। ਔਰ ਇਹ ਫਿਰ ਖੁਦਾ ਦੀ ਮਰਜ਼ੀ ਹੈ, ਇਹ ਪਿਆਲਾ ਉਸਨੇ ਕਿਸ ਨੂੰ ਦੇਣਾ ਹੈ, ਕਿਸ ਦੇ ਮੂੰਹ ਨੂੰ ਇਹ ਜਾਮ ਲੱਗਣਾ ਹੈ। ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠੇ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੂਏ ਬਹਿਠ। ਇੱਕ ਵੇਸਵਾ ਜਿਸ ਤੇ ਸਾਰਾ ਮੁਲਤਾਨ ਸ਼ਹਿਰ ਮੋਹਿਤ ਸੀ, ਜਿਸ ਦੀ ਇੱਕ ਝਲਕ ਪਾਉਣ ਲਈ ਬੜੇ ਬੜੇ ਨਵਾਬ, ਸ਼ਾਹਜ਼ਾਦੇ, ਅਮੀਰ ਉਲਮਾ ਤਰਸਦੇ ਸਨ। ਇੱਕ ਦਿਨ ਕਿਧਰੇ ਉਸ ਦੀ ਗੋਲੀ ਨੇ ਕੱਜਰ ਬਾਰੀਕ ਨਹੀਂ ਸੀ ਪੀਸਿਆ, ਔਰ ਜੈਸੇ ਇਸ ਕੱਜਰ ਨੂੰ ਉਸ ਵੇਸਵਾ ਨੇ ਆਪਣੀ ਅੱਖੀ ਪਾਇਆ ਤਾਂ ਅੱਖਾਂ ਵਿੱਚ ਰੜਕ ਪੈਦਾ ਹੋਈ। ਗੋਲੀ ਨੂੰ ਡਾਂਟਿਆ, ਗੋਲੀ ਨੂੰ 2-4 ਥੱਪੜ ਵੀ ਮਾਰੇ, ਗੋਲੀ ਰੋ ਪਈ। ਰੋਣਾ ਭਲਾ ਫਕੀਰਾਂ ਨੂੰ ਕਿੱਥੇ ਭਾਉਂਦਾ ਹੈ, ਦੂਸਰੇ ਦਾ ਰੋਣਾ ਫਕੀਰਾਂ ਨੂੰ ਵੀ ਰੁਲਾ ਕੇ ਰੱਖ ਦਿੰਦਾ ਹੈ, ਤੜਪਾ ਕੇ ਰੱਖ ਦਿੰਦਾ ਹੈ। ਕਹਿੰਦੇ ਨੇ ਇਹ ਗਾਥਾ ਹੈ, ਬਾਬਾ ਫਰੀਦ ਨੇ ਰੋਕਿਆ ਉਸ ਵੇਸਵਾ ਨੂੰ, ਨਾ ਮਾਰ, ਇਸ ਗੋਲੀ ਨੂੰ ਨਾ ਮਾਰ, ਇਸ ਤੇ ਤਰਸ ਖਾ। ਇੱਕ ਦਿਨ ਐਸਾ ਹੋਇਆ, ਕਬਰਿਸਤਾਨ ਦੀ ਇੱਕ ਪਗਡੰਡੀ ਦੇ ਚੋਂ ਬਾਬਾ ਫਰੀਦ ਲੰਘੇ ਜਾ ਰਹੇ ਨੇ। ਪੈਰ ਠੋਕਰ ਖਾ ਗਏ ਇੱਕ ਖੋਪਰੀ ਨਾਲ ਕਬਰ ਸੀ, ਨੰਗੀ ਪੈ ਗਈ ਸੀ, ਮੁੱਦਤਾਂ ਦੀ ਮਿੱਟੀ ਉੱਡ ਗਈ ਸੀ। ਨਾਲ ਦੇ ਸਾਥੀਆਂ ਨੇ ਕਹਿ ਦਿੱਤਾ, ਬਾਬਾ ਜੀ ਇਹ ਤੇ ਉਸੇ ਹੀ ਵੇਸਵਾ ਦੀ ਕਬਰ ਹੈ ਜਿਸ ਤੇ ਸਾਰਾ ਮੁਲਤਾਨ ਮੋਹਿਤ ਸੀ,
ਜਿਸ ਦੀ ਇੱਕ ਝਲਕ ਪਾਉਣ ਲਈ ਬੜੇ ਬੜੇ ਰਸਕ ਲੋਕ, ਧਨਾਢ, ਉਲਮਾ, ਉਮਰਾ ਤਰਸਦੇ ਸਨ। ਇਹ ਤੇ ਉਸ ਦੀ ਖੋਪੜੀ ਹੈ। ਅੱਖਾਂ ਦੇ 'ਚ ਕੀੜੇ ਸਨ, ਕੁਰਬੁਲ ਕੁਰਬੁਲ ਪੈ ਕਰਨ। ਲੱਗਦਾ ਹੈ ਖੋਪੜੀ ਦੇ 'ਚ ਕਿਧਰੇ ਥੋੜਾ ਮਾਸ ਹੋਵੇਗਾ, ਤਾਂ ਹੀ ਇਹ ਕੀੜੇ ਮੌਜੂਦ ਸਨ। ਫਰੀਦ ਨੂੰ ਕਹਿਣਾ ਪਿਆ, ਕੱਜਰ ਦੀ ਰੇਖ ਦੀ ਰੜਕ ਤੇ ਸਹਾਰ ਨਾ ਸਕੀਆਂ। ਇਹ ਦੇਖੋ ਕੀੜੇ ਮਕੌੜਿਆਂ ਨੇ ਉਹਨਾਂ ਹੀ ਅੱਖਾਂ ਦੇ 'ਚ ਆਪਣੇ ਘਰ ਬਣਾ ਕੇ ਰੱਖੇ ਨੇ, ਆਪਣੇ ਆਲਣੇ ਬਣਾ ਕੇ ਰੱਖੇ ਨੇ। ਇਹ ਅੱਖਾਂ ਜਿਨ੍ਹਾਂ ਤੇ ਜਗਤ ਮੋਹਿਤ ਸੀ, ਜੋ ਗੁਲਾਬ ਜੈਸੀਆਂ ਸਨ, ਜੋ ਮ੍ਰਿਗ ਜੈਸੀਆਂ ਸਨ, ਜੋ ਚੰਦਰਮਾ ਜੈਸੀਆਂ ਸਨ, ਅੱਜ ਕਰੂਪਤਾ ਦਾ ਇੱਕ ਦ੍ਰਿਸ਼ ਪੇਸ਼ ਕਰ ਰਹੀਆਂ ਨੇ। ਕੀੜੇ ਉਸ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ। ਫਰੀਦਾ ਕੂਕੇਂਦੀਆਂ ਚਾਂਗੇਂਦੀਆਂ, ਮਤੀ ਦੇਂਦੀਆਂ ਨਿਤ, ਜੋ ਸੈਤਾਨ ਵੰਝਾਈਆਂ, ਸੇਕੇ ਤੋ ਫੇਰਨ ਚਿੱਤੇ। ਬਾਬਾ ਫਰੀਦ ਕਹਿੰਦੇ ਨੇ, ਉੱਚੀ ਆਵਾਜ਼ ਦੇ ਨਾਲ ਕੂਕ ਕੂਕ ਕੇ ਮੈਂ ਚੰਗੀ ਮਤ ਜਗਤ ਨੂੰ ਦੇਂਦਾ ਰਿਹਾ, ਸਮਝਾਉਂਦਾ ਰਿਹਾ। ਹਰ ਮਹਿਫਿਲ ਦੇ 'ਚ, ਹਰ ਸ਼ਹਿਰ ਦੇ 'ਚ, ਹਰ ਥਾਂ 'ਤੇ ਉੱਚੀ ਉੱਚੀ ਪੁਕਾਰ ਕਰਕੇ ਜਗਤ ਨੂੰ ਸਮਝਾਉਂਦਾ ਰਿਹਾ, ਸਰੀਰ ਦਾ ਇੱਕ ਦਿਨ ਅੰਤ ਹੋ ਜਾਣਾ ਹੈ, ਬੇਅੰਤ ਦੀ ਪ੍ਰਾਪਤੀ ਕਰ ਲਓ। ਸਮਾਂ ਬਹੁਤ ਕੀਮਤੀ ਹੈ, ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਦੀ ਸਹੀ ਵਰਤੋਂ ਕਰ ਲਓ। ਪਰ ਕਿਸ ਨੇ ਮੇਰੀ ਗੱਲ ਸੁਣਨੀ ਸੀ? ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਚਿਤ। ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ, ਸ਼ੈਤਾਨੀ ਵਾਸ਼ਨਾਵਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ, ਭਰਮਾ ਕੇ ਰੱਖ ਦਿੱਤਾ ਹੈ, ਉਹ ਮੇਰੀ ਇਸ ਉੱਚੀ ਆਵਾਜ਼ ਨੂੰ ਕਿੱਥੇ ਸੁਣਦੇ ਨੇ? ਮੇਰੀ ਕੂਕ ਨੂੰ ਕਿੱਥੇ ਸੁਣਦੇ ਨੇ? ਕੂਕ ਜੋ ਹਿਰਦੇ ਦੀ ਤੜਪਣ ਤੋਂ ਨਿਕਲਦੀ ਹੈ। ਮਨੁੱਖਤਾ 'ਤੇ ਜਦ ਦਇਆ ਪੈਦਾ ਹੁੰਦੀ ਹੈ, ਅਗਿਆਨੀਆਂ 'ਤੇ ਜਦ ਦਇਆ ਉਤਪੰਨ ਹੁੰਦੀ ਹੈ, ਮੂਰਖਾਂ 'ਤੇ ਜਦ ਦਇਆ ਪੈਦਾ ਹੁੰਦੀ ਹੈ, ਤਾਂ ਫਕੀਰਾਂ ਦੀ ਕੂਕ ਨਿਕਲਦੀ ਹੈ। ਜਿਸ ਤਰ੍ਹਾਂ ਕਿਸੇ ਦੇ ਸਰੀਰ ਦੇ ਜ਼ਖਮ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਕਿਸੇ ਦੀ ਬਿਮਾਰੀ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਕਿਸੇ ਦੀ ਮਾਨਸਿਕ ਗਿਰਾਵਟ ਨੂੰ ਵੇਖ ਕੇ ਵੀ ਫਕੀਰਾਂ ਦੇ ਅੰਦਰੋਂ ਕੂਕ ਨਿਕਲਦੀ ਹੈ। ਕਿਸੇ ਦੇ ਮਾਨਸਿਕ ਬੁਖਾਰ ਨੂੰ, ਵਿਕਾਰ ਨੂੰ ਦੇਖ ਕੇ ਵੀ ਫਕੀਰ ਲੋਕ ਤੜਪ ਉੱਠਦੇ ਨੇ ਔਰ ਆਪਣੇ ਬਚਨਾਂ ਦੀ ਔਸ਼ਧੀ ਦੇ ਨਾਲ ਉਸ ਬੁਖਾਰ ਨੂੰ, ਉਸ ਬਿਮਾਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਬਾਬਾ ਫਰੀਦ ਕਹਿੰਦੇ ਨੇ, ਇਹ ਔਸ਼ਧੀ ਕੋਈ ਖਾਂਦਾ ਨਹੀਂ। ਇਹ ਬਿਮਾਰ ਲੋਕ ਇਸ ਔਸ਼ਧੀ ਨੂੰ ਖਾਂਦੇ ਨਹੀਂ। ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ ਵਜਾ ਕੇ ਰੱਖਿਆ ਹੈ, ਉਹ ਮੇਰੇ ਬੋਲ ਕਿੱਥੇ ਸੁਣਦੇ ਨੇ? ਕਦੋਂ ਸੁਣਦੇ ਨੇ? ਫਰੀਦਾ ਥਿਓ ਪਵਾਈ ਦਬ, ਜੇ ਸਾਈਂ ਲੋੜੇ ਸਭ। ਇੱਕ ਛਿਜੇ ਬਿਆਲ ਤਾੜੀਏ, ਤਾਂ ਸਾਈਂ ਦੇ ਦਰਵਾੜੀਏ। ਬਾਬਾ ਫਰੀਦ ਕਹਿੰਦੇ ਨੇ, ਦਬ ਦੀ ਤਰ੍ਹਾਂ ਹੋ ਜਾ, ਘਾਸ ਦੀ ਤਰ੍ਹਾਂ। ਇਹ ਖਾਸ ਤਰ੍ਹਾਂ ਦੀ ਘਾਸ ਜਿਸ ਤੋਂ ਵਾਣ ਬਣਾਏ ਜਾਂਦੇ ਸਨ, ਜਿਸ ਤੋਂ ਪਾਇਦਾਨ ਬਣਾਏ ਜਾਂਦੇ ਸਨ, ਜਿਸ ਤੋਂ ਚਟਾਈਆਂ ਬਣਾਈਆਂ ਜਾਂਦੀਆਂ ਨੇ। ਆਮ ਇਸ ਨੂੰ ਕੂੰਦਰ ਵੀ ਕਹਿੰਦੇ ਨੇ ਉਸ ਇਲਾਕੇ ਦੇ ਵਿੱਚ, ਔਰ ਇਹ ਦਰਿਆਵਾਂ ਦੇ ਕੰਢੇ 'ਤੇ ਆਉਂਦੀ ਹੈ। ਖਾਸ ਕਰਕੇ ਦਰਿਆ ਸਿੰਧ ਦੇ ਕੰਢੇ 'ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਹ ਪੈਦਾ ਹੁੰਦੀ ਹੈ। ਹੋਰ ਛੋਟੇ ਵੱਡੇ ਦਰਿਆ ਜੋ ਲਹਿੰਦੇ ਪੰਜਾਬ, ਹਾਲ ਪਾਕਿਸਤਾਨ ਦੇ ਵਿੱਚ ਮੌਜੂਦ ਨੇ, ਉੱਥੇ ਇਹ ਦਬ, ਇਹ ਕੂੰਜ ਕਾਫੀ ਤਾਦਾਦ ਦੇ ਵਿੱਚ ਦਰਿਆਵਾਂ ਦੇ ਕੰਢੇ, ਪਾਣੀ ਦੇ ਜੋੜਾਂ ਦੇ ਕੰਢੇ ਪੈਦਾ ਹੁੰਦੀ ਹੈ। ਆਪ ਕਹਿੰਦੇ ਨੇ, ਇਸ ਦਬ ਵਰਗਾ ਹੋ ਜਾ। ਜੇ ਤੂੰ ਸਾਰੇ ਦਾ ਸਾਰਾ ਖੁਦਾ ਚਾਹੁੰਦਾ ਹੈ, ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹੈ, ਤਾਂ ਇਸ ਦਬ ਵਰਗਾ ਹੋ ਜਾ। ਦੇਖੋ, ਇਸ ਨੂੰ ਪਹਿਲੇ ਕਟਿਆ ਗਿਆ ਹੈ, ਪੈਰਾਂ ਥੱਲੇ ਲਤਾੜਿਆ ਗਿਆ ਹੈ,
फिर कुटिया गया, फिर वटिया गया, फिर इसका पायदान बनया ते ये पायदान मस्जिद के बूहे ते रखिया गया है और नमाजी इस तो लंघ के जाते पे ने ते पायदान दे तले पई खाक नमाजी मस्तक ते लांदे ने, श्रद्धालु मस्तक ते पै लांदे ने, क्योंकि इस पायदान नूं खुदा दा बूआ नसीब हो गया है, नमाजियां दे कदम नसीब हो गए ने। इस दब दी तरह बाबा फरीद कहंदे ने तू कुर्बानी कर ताकि खुदा दे बूए दा तैनूं भी जो है बैठना नसीब हो जाए ते नमाजियां दे, फकीरां दे, इबादत गुजारां दे चरनां दी धूड़ तू भी बन जाए। और जिस दिन तू धूड़ बनेगा वास्तविक ये धूड़ लोगों के मस्तक ते लगेगी, लोग मत्थे ते चुक लैणगे, लोग दिल दिमाग दे तैनूं अपनी थां देणगे। फरीदा खाक न निंदिए, खाकू जेड न कोए, जीवंदिया पैरां तले मोया ऊपर हो। भूल के भी इस खाक की निंदा न करी। देख जीवदियां जी तेरे पैरां दे थल्ले बिल्कुल नीवीं निर्माणता का रूप बनी हुई है, और जब तू मर जाए तो तेरा पर्दा ढक दिए, तेरी लाश नूं ढक दिए, तेनूं ढक के रख देंदी है। तेरी बदबू, तेरा कुमलायापन, तेरा ये मांस, तेरियां टुटियां हुई हड्डियां सब नूं जो है ढक के रख देंदी है। खाक दी निंदा ना कर, खाक दी तरह निर्माण पुरुष हो जा। निर्माण पुरुष जगत दी खाक बनता है पैरां दी, और दूजियां दे ऐबां नूं, दूजियां दे औगणां नूं जो है ढकदा है। खाक वर्गी जिंदगी दी ये पहचान। फरीदा जां लब ताने किया, लब तां कूड़ा ने किचर झत लंगाइए, छप्पर टुटे में। जितने चिर तक वासना है, कामनावां ने, अंदर लोभ है, तो खुदा दा प्यार कित्थे है? उत्ते कामना नाल प्यार है, अपनी इच्छा वासनावां नाल प्यार है। तो वासना करके खुदा नाल संबंध जोड़ना चाहना है। ये वासना पूरी हो जाए तो संबंध टुट जाता है, ना पूरी होवे तां भी टुट जाता है। इसनों एक तशबीह दे राहीं बाबा फरीद इंज समझाते ने, किचर झत लंघाइए, छप्पर टुटे में। टुटा छप्पर जिहदे उत्ते बारिश हो रही है और किणमिण बरखा छप्पर दे अंदरों होके अंदर प्रवेश कर रही है, इस तरह टुटी छपरी दे थल्ले जिसदे बूंदा बांदी हो रही है, कितने चिर तक आदमी रह सकता है? इस तरह का नेह, इस तरह की बंदगी कितने दिन तक हो सकती है? जिस दे कामना है, जिस दे वासना है, जिस दे लोड़ां ने, जिस दे मंगां ने, मंगां पूरियां हो गईयां तां भी टुट जाएगी, जे ना पूरियां होईयां तां भी टुट जाएगी। तो बाबा फरीद कहंदे ने, बंदगी कर सिर्फ बंदगी दी खातर, इबादत कर सिर्फ इबादत लई, ताकि तेन खुदा प्राप्त होवे। ते खुदा सुखां दा सागर है, खुदा खुशियां दा सोमा है, खुदा आनंद दा सागर है। तेनू सब कुछ दी प्राप्ति हो जाएगी। खुदा कोल बस खुदा नू ही मंग, और कुछ ना मंग। जिसनों धन गुरु अर्जन देव जी महाराज इंज कहते हैं, मांग न मांग सो एके मांग। उस एक कोलों एक नू ही मंग, भाव प्रभु कोलों सिर्फ प्रभु नू ही मंग, और कुछ भी ना मंग। अगले श्लोकां दी विचार इंज आप सरवण करो।